जिंदाबाद 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 लोक अदालत जिंदाबाद 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 मोदी जी। किसानी संघर्ष लंबे समय तो चल रहा है, जिदा 9 महीने हो गए ने और मजदूर भी किते ना किते, क्योंकि जो सरकार जो बयानबाजी करती है तो उस वेले सरकारी नुमाइंदियां दे जुबान तो सुनने को मिलता है कि किसानी संघर्ष नाल किसान किवें प्रभावित होणगे, मजदूर भी नाल खड़े हो गए ने। मजदूर किस तरीके नाल प्रभावित होणगे, किवें डिफाइन? ਜੇ ਹੁਣ ਕਿਸਾਨ ਪ੍ਰਭਾਵਿਤ ਹੋਊਗਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿੰਨਾ ਇਹ ਇੱਕ ਦੇ ਹੁਣ ਜਿਹੜੇ ਕਾਰਪੋਰੇਟ ਘਰਾਣੇ ਆ ਸਾਰਿਆਂ ਨੇ ਇੱਕ ਜਗ੍ਹਾ ਮਾਲ ਇਕੱਠਾ ਹੋ ਜਾਣਾ। ਸਭ ਹੋਰ ਜਾਂ ਤਾਂ ਨਾ ਇਹਨਾਂ ਚੱਕੀਆਂ ਇਹਨਾਂ ਨੇ ਬੰਦ ਕਰ ਦੇਣੀਆਂ, ਕੋਲੂ ਇਹਨਾਂ ਨੇ ਬੰਦ ਕਰ ਦੇਣੇ, ਤੇਲ ਦੇ ਸਾਰਾ ਸਮਾਨ ਉੱਥੋਂ ਮਹਿੰਗਾ ਮਿਲੂਗਾ ਸਾਨੂੰ। ਸਭ ਨੇ ਹੀ ਪੀਸ ਹੋਣਾ, ਸਾਡੇ ਨਾਲ ਸਾਰੀ ਜਨਤਾ ਨੇ। ਇਸੇ ਕਰਕੇ ਸਾਰੇ ਅਸੀਂ ਜਿੰਨੇ ਮਜ਼ਦੂਰ ਕਿਸਾਨ ਹੈ ਸਭ ਇਕੱਠੇ ਹੋ ਕੇ ਲੜਾਈ ਲੜੋ। ਇਹ ਗੱਲ ਕਹਿੰਦੇ ਰਹੇ ਹਾਂ ਕਿ ਆਇੰਦਾ ਸਮੇਂ ਦੇ ਵਿੱਚ ਜੇਕਰ ਕਿਸਾਨਾਂ ਦੇ ਨਾਲ ਆਪਾਂ ਸਹਿਯੋਗ ਨਾ ਕੀਤਾ ਤਾਂ ਕਾਰਪੋਰੇਟ ਘਰਾਣੇ ਜਿਹੜੇ ਉਹ ਬਹੁਤ ਤਕੜੇ ਹੋ ਜਾਣਗੇ। ਜਿਹੜੇ ਕਾਰਪੋਰੇਟ ਘਰਾਣੇ ਤਕੜੇ ਹੋਣਗੇ ਤੇ ਉਹ ਵੱਡੇ ਵੱਡੇ ਜ਼ਖੀਰੇਬਾਜ਼ ਹੋ ਜਾਣਗੇ ਤੇ ਉਹ ਲਗਾਤਾਰ ਜਿਹੜੀ ਲੁੱਟ ਹੁੰਦੀ ਆ ਰਹੀ ਆ ਉਹਨੂੰ ਹੋਰ ਤੇਜ਼ ਕਰ ਦੇਣਗੇ। ਉਹ ਕਿਹੜੀ ਲੁੱਟ ਕੇ ਖਪਤਕਾਰ ਨੂੰ ਮਾਰ ਦੇਣਗੇ। ਉਹ ਮਜ਼ਦੂਰ ਦਾ ਜਿਹੜਾ ਮਤਲਬ ਦਿਹਾੜੀ ਆ ਜਾਂ ਬੇਰੁਜ਼ਗਾਰੀ ਆ ਉਹਦੇ ਵਿੱਚ ਵਾਧਾ ਕਰ ਦੇਣਗੇ। C2 ਦੇ ਨਾਲ ਜਿੰਨੀ ਵੀ ਸੰਬੰਧਿਤ ਯੂਨੀਅਨਾਂ 217 ਯੂਨੀਅਨਾਂ ਸਾਡੀਆਂ ਸੂਬਾ ਪੱਧਰ ਦੀ ਵੀ ਹੈ, ਲੋਕਲ ਵੀ ਹੈ, ਕਿ ਅੱਜ ਉਹ ਹਰਿਆਣਾ ਤੇ ਦਿੱਲੀ ਸਰਕਾਰ ਦੇ ਪੁਤਲੇ ਜਲਾਣ। C2 ਦੇ ਨਾਲ ਜਿੰਨੀ ਵੀ ਸੰਬੰਧਿਤ ਯੂਨੀਅਨਾਂ 217 ਯੂਨੀਅਨਾਂ ਸਾਡੀਆਂ ਸੂਬਾ ਪੱਧਰ ਦੀ ਵੀ ਹੈ, ਲੋਕਲ ਵੀ ਹੈ, ਕਿ ਅੱਜ ਉਹ ਹਰਿਆਣਾ ਤੇ ਦਿੱਲੀ ਸਰਕਾਰ ਦੇ ਪੁਤਲੇ ਜਲਾਣ। ਚਾਹੇ ਉਹ ਮਤਲਬ 2000 ਰੁਪਈਆ ਮਹੀਨੇ ਦਾ ਕਿਸਾਨ ਨੂੰ ਦੇਵੇ, ਉਹ ਕਹਿੰਦਾ ਕਿਸਾਨ ਦੀ ਜ਼ਮੀਨ ਲੈ, ਜਿਹੜੀ ਬੇਚੈਨੀ ਪੈਦਾ ਹੋਏਗੀ ਉਹਨਾਂ ਦੇ ਖਾਤੇ 'ਚ ਟ੍ਰਾਂਸਫਰ ਕਰੋ ਕੈਸ਼, ਤਾਂ ਜੋ ਬੇਚੈਨੀ ਨੂੰ ਰੋਕੀ ਜਾ ਸਕੇ ਤੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਸਕੇ। ਜਿਹੜੇ 4 ਲੇਬਰ ਕੋਡ ਬਣਾਏ ਉਹਨਾਂ ਨੇ, 29 ਲੇਬਰ ਕਾਨੂੰਨਾਂ ਨੂੰ ਤੋੜ ਕੇ, ਕੁਝ ਰਹਿ ਗਏ ਉਹਨਾਂ ਨੂੰ ਤੋੜੇਗਾ ਬਾਅਦ 'ਚ। ਜਿਹੜੇ 4 ਕੋਡ ਬਣਾਏ ਆ ਉਹਦੇ ਅੰਦਰ ਜਿਹੜਾ 48 ਦਾ ਕਾਨੂੰਨ ਬਣਿਆ ਸੀ ਫੈਕਟਰੀ ਐਕਟ, ਉਹਦੇ ਮੁਤਾਬਕ 8 ਘੰਟੇ ਤੋਂ ਬਾਅਦ ਡਿਊਟੀ ਨਹੀਂ ਲਈ ਜਾ ਸਕਦੀ। ਜੇ ਦੁੱਗਣਾ ਰੇਟ ਦੇ 1 ਘੰਟਾ ਓਵਰ ਟਾਈਮ ਵੀ ਲੈਣਾ ਤਾਂ 9 ਘੰਟੇ ਤੋਂ ਬਾਅਦ ਨਹੀਂ ਲਈ ਜਾ ਸਕਦੀ। ਇਹਨਾਂ ਨੇ ਉਹ ਕਿ ਗਵਰਨਮੈਂਟ ਰੈਗੂਲੇਟ ਨਹੀਂ ਕਰੇਗੀ, ਦਖਲ ਨਹੀਂ ਦੇਗੀ, ਮਾਲਕ ਜਾਣੇ ਤੇ ਮਜ਼ਦੂਰ ਜਾਣੇ, ਚਾਹੇ ਉਹ 12 ਘੰਟੇ ਲਏ ਚਾਹੇ 16 ਘੰਟੇ ਲਵੇ। ਵਿਦੇਸ਼ੀ ਪੂੰਜੀ ਦੇ ਡਟ ਕੇ ਵਿਰੋਧੀ ਹੈ। ਪੂੰਜੀ ਸਾਡੇ ਦੇਸ਼ 'ਚ ਹੈ। ਸਾਡੇ ਦੇਸ਼ ਦੀ ਪੂੰਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ, 34 ਲੱਖ ਕਰੋੜ ਰੁਪਈਆ ਇਕੱਲੇ LIC ਨੇ ਜਮ੍ਹਾਂ ਕੀਤਾ ਅੱਜ ਤੱਕ। ਜਿਹਨੂੰ ਕੰਮ ਨਹੀਂ ਮਿਲਿਆ, ਘਰਾਂ 'ਚ ਲੋਕਾਂ ਨੇ ਭਾਂਡੇ ਮਾਂਜਣ ਵਾਲੀਆਂ, ਸਫਾਈ ਕਰਨ ਵਾਲੀਆਂ ਹਟਾਤੀਆਂ, ਮਤਲਬ ਗਰੀਬ ਮਾਰਿਆ ਗਿਆ। ਕੰਸਟਰਕਸ਼ਨ ਦਾ ਕੰਮ ਰੁਕ ਗਿਆ, ਚੌਂਕ ਭਰਿਆ ਪਿਆ, ਮਜ਼ਦੂਰ ਸਾਰਾ ਦਿਨ ਰੋਟੀ ਖਾ ਕੇ ਮੁੜ ਜਾਂਦੇ ਆ। ਸਾਡੇ ਗਰੀਬੀ ਵੱਧ ਰਹੀ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਧਰਨੇ ਤੇ ਮੁਜ਼ਾਹਰਿਆਂ ਦਾ ਦੌਰ ਹਰ ਪਾਸੇ ਜਾਰੀ ਹੈ। ਕਿਸਾਨ, ਮਜ਼ਦੂਰ, ਕਿਰਤੀ ਹਰ ਵਰਗ ਇਸ ਵੇਲੇ ਸੜਕਾਂ ਤੇ ਉਤਰਿਆ ਹੋਇਆ ਹੈ। ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਔਰ ਇਸ ਸੰਘਰਸ਼ ਨੂੰ ਹਰੇਕ ਵਰਗ ਦਾ ਸਾਥ ਮਿਲ ਰਿਹਾ। ਮਜ਼ਦੂਰ ਜਥੇਬੰਦੀਆਂ ਵੀ ਆਪਣੇ ਹਕੂਕਾਂ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੀਆਂ ਹੋਈਆਂ ਨੇ ਔਰ ਇੱਕ ਅੰਦੋਲਨ ਜਿਹੜਾ ਹੈ, ਸਰਬ ਸਾਂਝਾ ਅੰਦੋਲਨ ਕਹਿ ਲਈਏ, ਕਿਸਾਨੀ ਅੰਦੋਲਨ, ਮਜ਼ਦੂਰ ਅੰਦੋਲਨ, ਹੁਣ ਸਾਰੇ ਅੰਦੋਲਨ ਜਿਹੜੇ ਨੇ ਮਿਕਸ ਹੋ ਗਏ ਨੇ ਔਰ ਸਰਕਾਰਾਂ ਦੇ ਖਿਲਾਫ ਜਿਹੜੀ ਆਵਾਜ਼ ਹੈ ਉਹ ਬੁਲੰਦ ਕੀਤੀ ਜਾ ਰਹੀ ਹੈ। ਜਥੇਬੰਦੀ ਭਾਵੇਂ ਕੋਈ ਵੀ ਹੋਵੇ, ਪਰ ਨੀਤੀਆਂ ਸਰਕਾਰ ਦੀਆਂ ਜਿਹੜੀਆਂ ਨੇ ਉਹਨਾਂ ਦਾ ਵਿਰੋਧ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਭਾਰਤੀ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਵੱਲੋਂ ਵੀ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਗਿਆ ਔਰ ਇਹਨਾਂ ਦੇ ਨਾਲ ਕਿਸਾਨੀ ਸੰਘਰਸ਼ ਦੀ ਤਾਂ ਗੱਲਬਾਤ ਕਰਾਂਗੇ, ਨਾਲ ਹੀ ਨਾਲ ਮਜ਼ਦੂਰਾਂ ਦੀਆਂ ਕੀ ਦਿੱਕਤਾਂ ਨੇ, ਕੀ ਦਿੱਕਤਾਂ ਉਹਨਾਂ ਨੂੰ ਦਰਪੇਸ਼ ਆ ਰਹੀਆਂ ਨੇ ਔਰ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਦਿਲਬਾਗ ਸਿੰਘ, ਭਾਗੋ ਮਾਜਰਾ ਟੋਲ ਪਲਾਜ਼ਾ ਇੰਚਾਰਜ ਜੀ ਦਿਲਬਾਗ ਸਿੰਘ। ਜੋ ਇਹ ਅੱਜ ਪ੍ਰੋਗਰਾਮ ਕਰਿਆ ਜੀ ਇਹਨਾਂ ਨੇ, ਵਿੱਚੇ ਮਜ਼ਦੂਰ ਕਿਸਾਨ ਹੈ, ਵਿੱਚੇ ਜ਼ਿਮੀਂਦਾਰ ਹੈ, ਸਾਰੇ ਕਿਸਾਨ ਸਭ ਨੇ ਮਿਲ ਕੇ ਜੋ ਜ਼ਾਲਮ ਸਰਕਾਰਾਂ ਉਹਨਾਂ ਦੇ ਖਿਲਾਫ ਇਹ ਆਵਾਜ਼ ਉਠਾਉਣ ਵਾਸਤੇ ਅਸੀਂ ਕਦਮ ਚੁੱਕੇ। ਉਹਨਾਂ ਦਾ ਇੱਥੇ ਪੁਤਲਾ ਵੀ ਫੂਕਾਂਗੇ ਜੀ।
ਕਿਸਾਨੀ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿੱਦਾਂ 9 ਮਹੀਨੇ ਹੋ ਗਏ ਨੇ ਔਰ ਮਜ਼ਦੂਰ ਵੀ ਕਿਤੇ ਨਾ ਕਿਤੇ, ਕਿਉਂਕਿ ਜਦੋਂ ਸਰਕਾਰ ਬਿਆਨਬਾਜ਼ੀ ਕਰਦੀ ਹੈ ਤਾਂ ਉਸ ਵੇਲੇ ਸਰਕਾਰੀ ਨੁਮਾਇੰਦਿਆਂ ਦੇ ਜ਼ੁਬਾਨ ਤੋਂ ਸੁਣਨ ਨੂੰ ਮਿਲਦਾ ਹੈ ਕਿ ਕਿਸਾਨੀ ਸੰਘਰਸ਼ ਨਾਲ ਕਿਸਾਨ ਕਿਵੇਂ ਪ੍ਰਭਾਵਿਤ ਹੋਣਗੇ, ਮਜ਼ਦੂਰ ਵੀ ਨਾਲ ਖੜੇ ਹੋ ਗਏ ਨੇ। ਮਜ਼ਦੂਰ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਣਗੇ, ਕਿਵੇਂ ਡਿਫਾਈਨ? ਜੇ ਹੁਣ ਕਿਸਾਨ ਪ੍ਰਭਾਵਿਤ ਹੋਊਗਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿੰਨਾ ਇਹ ਇੱਕ ਦੇ ਹੁਣ ਜਿਹੜੇ ਕਾਰਪੋਰੇਟ ਘਰਾਣੇ ਆ ਸਾਰਿਆਂ ਨੇ ਇੱਕ ਜਗ੍ਹਾ ਮਾਲ ਇਕੱਠਾ ਹੋ ਜਾਣਾ। ਹੋਰ ਜਾਂ ਤਾਂ ਨਾ ਇਹਨਾਂ ਚੱਕੀਆਂ ਇਹਨਾਂ ਨੇ ਬੰਦ ਕਰ ਦੇਣੀਆਂ, ਕੋਲੂ ਇਹਨਾਂ ਨੇ ਬੰਦ ਕਰ ਦੇਣੇ, ਤੇਲ ਦੇ ਸਾਰਾ ਸਮਾਨ ਉੱਥੋਂ ਮਹਿੰਗਾ ਮਿਲੂਗਾ ਸਾਨੂੰ। ਸਭ ਨੇ ਹੀ ਪੀਸ ਹੋਣਾ, ਸਾਡੇ ਨਾਲ ਸਾਰੀ ਜਨਤਾ ਨੇ। ਇਸੇ ਕਰਕੇ ਸਾਰੇ ਅਸੀਂ ਜਿੰਨੇ ਮਜ਼ਦੂਰ ਕਿਸਾਨ ਹੈ ਸਭ ਇਕੱਠੇ ਹੋ ਕੇ ਲੜਾਈ ਲੜੂਗੇ। ਹਾਂਜੀ। ਸੋ ਹਰਨਾਮ ਸਿੰਘ ਦੱਲਾ ਜੀ ਜਿਹੜੇ ਸੀਟੂ ਪੰਜਾਬ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਮਜ਼ਦੂਰ ਵਰਗ ਨੂੰ ਜੇ ਸਮਝਾਉਣਾ ਹੋਵੇ ਕਿਸਾਨੀ ਅੰਦੋਲਨ ਦੇ ਨਾਲ ਕਿਸ ਤਰੀਕੇ ਦਾ, ਕਿਸਾਨੀ ਜਿਹੜੇ ਖੇਤੀ ਕਾਨੂੰਨ ਨੇ ਕਿਸ ਤਰੀਕੇ ਦਾ ਪ੍ਰਭਾਵ ਜਿਹੜਾ ਉਹਨਾਂ ਤੇ ਪੈ ਸਕਦਾ, ਕਿਸ ਤਰੀਕੇ ਨਾਲ ਸਮਝਾ ਸਕਦੇ ਆ? ਸਾਡੀ ਇਹੋ ਮਜ਼ਦੂਰ ਵਰਗ ਨੂੰ ਅਪੀਲ ਹੈ ਕਿ ਭਾਵੇਂ ਮਜ਼ਦੂਰ ਵਰਗ ਕਿਸਾਨ ਤੋਂ ਵੀ ਪਹਿਲਾਂ ਆਪਣੀਆਂ ਮੰਗਾਂ ਦੇ ਲਈ ਜਾਂ ਜਿਹੜੀਆਂ ਸਮੱਸਿਆਵਾਂ ਨੇ ਮਜ਼ਦੂਰਾਂ ਦੀਆਂ ਉਹਦੇ ਲਈ ਲੜ ਰਿਹਾ ਹੈ, ਅਤੇ ਉਹਦੇ ਲਈ ਟ੍ਰੇਡ ਯੂਨੀਅਨ ਖਾਸ ਕਰਕੇ ਸੀਟੂ ਦਾ ਬੜਾ ਵੱਡਾ ਰੋਲ ਰਿਹਾ ਕਿ ਉਹਨੇ ਭਾਰਤ ਦੀਆਂ ਜਿਹੜੀਆਂ ਦੂਜੀਆਂ ਟ੍ਰੇਡ ਯੂਨੀਅਨਸ ਹੈਗੀਆਂ ਨੇ, ਮਜ਼ਦੂਰਾਂ ਦੇ ਜਥੇਬੰਦੀਆਂ ਨੇ, ਉਹਨਾਂ ਨਾਲ ਲੈ ਕੇ ਦੇਸ਼ ਵਿਆਪੀ ਘੋਲ ਲੜੇ ਨੇ, ਜਿਹਦੇ 'ਚ ਨਿੱਜੀਕਰਨ ਦਾ ਘੋਲ ਬਹੁਤ ਵੱਡਾ ਘੋਲ ਸੀ। ਅਤੇ ਕਿਸੇ ਵੀ ਕਿਸਮ ਦੀ ਜਿਹੜੀ ਸਰਮਾਏਦਾਰ ਪਾਲਿਸੀ ਆ ਨੀਤੀਆਂ ਜਿਹੜੀਆਂ ਹੈਗੀਆਂ ਨੇ ਗੌਰਮੈਂਟ ਦੀਆਂ, ਉਹਨੂੰ ਅੱਜ ਦੀ ਡੇਟ ਦੇ ਵਿੱਚ ਜਿਹੜੀ ਅਲੰਬਰਦਾਰੀ ਕਰਦੀ ਆ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਟੂ ਕਰ ਰਹੀ ਆ। ਅਤੇ ਉਸੇ ਚੇਤਨਾ ਦਾ ਹਿੱਸਾ ਹੈ ਵੀ ਅਸੀਂ ਅੱਜ ਇੱਥੇ ਖੜ੍ਹੇ ਹਾਂ ਅਤੇ ਅਸੀਂ ਆਪਣੇ ਮਜ਼ਦੂਰਾਂ ਨੂੰ ਇਹ ਗੱਲ ਕਹਿੰਦੇ ਰਹੇ ਹਾਂ ਕਿ ਆਇੰਦਾ ਸਮੇਂ ਦੇ ਵਿੱਚ ਜੇਕਰ ਕਿਸਾਨਾਂ ਦੇ ਨਾਲ ਆਪਾਂ ਸਹਿਯੋਗ ਨਾ ਕੀਤਾ ਤਾਂ ਕਾਰਪੋਰੇਟ ਘਰਾਣੇ ਜਿਹੜੇ ਉਹ ਬਹੁਤ ਤਕੜੇ ਹੋ ਜਾਣਗੇ। ਜਿਹੜੇ ਕਾਰਪੋਰੇਟ ਘਰਾਣੇ ਤਕੜੇ ਹੋਣਗੇ ਤੇ ਉਹ ਵੱਡੇ ਵੱਡੇ ਜ਼ਖੀਰੇਬਾਜ਼ ਹੋ ਜਾਣਗੇ ਅਤੇ ਉਹ ਲਗਾਤਾਰ ਜਿਹੜੀ ਲੁੱਟ ਹੁੰਦੀ ਆ ਰਹੀ ਆ ਉਹਨੂੰ ਹੋਰ ਤੇਜ਼ ਕਰ ਦੇਣਗੇ। ਉਹ ਕਿਹੜੀ ਲੁੱਟ ਕੇ ਖਪਤਕਾਰ ਨੂੰ ਮਾਰ ਦੇਣਗੇ। ਉਹ ਮਜ਼ਦੂਰ ਦਾ ਜਿਹੜਾ ਮਤਲਬ ਦਿਹਾੜੀ ਆ ਜਾਂ ਬੇਰੁਜ਼ਗਾਰੀ ਆ ਉਹਦੇ ਵਿੱਚ ਵਾਧਾ ਕਰ ਦੇਣਗੇ। ਇਸ ਕਰਕੇ ਸਾਡਾ ਤਾਂ ਇਹੋ ਚੇਤਨਾ ਦਾ ਕੰਮ ਆ, ਅਸੀਂ ਕਰਦੇ ਚੱਲ ਰਹੇ ਹਾਂ ਅਤੇ ਮਜ਼ਦੂਰ ਆ ਜਿਹੜਾ ਉਹ ਕਿਸਾਨ ਦੇ ਨਾਲ ਖੜਾ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈਗਾ, ਅੱਜ ਦੀ ਜਿਹੜੀ ਇਹ ਰੈਲੀ ਆ, ਇਹ ਜਿਹੜੀ ਮੋਦੀ ਦੀ ਅਤੇ ਬੀਜੇਪੀ ਦੀ ਸਰਕਾਰ ਹੈਗੀ ਆ ਹਰਿਆਣੇ ਦੇ ਵਿੱਚ, ਜਿਹੜੀ ਉਹਨੇ ਪਹਿਲਾਂ ਪਿਛਲੇ ਸਮਿਆਂ ਦੌਰਾਨ ਨਵਦੀਪ ਕੌਰ ਉਹਨਾਂ ਨੂੰ ਵੀ ਚੱਕ ਕੇ ਟੌਰਚਰ ਕੀਤਾ, ਜਿਹੜੇ ਮਜ਼ਦੂਰ ਹੱਕਾਂ ਹਕੂਕਾਂ ਦੀ ਗੱਲ ਕਰਦੀ ਕੁੜੀ ਸੀ। ਉਹ ਤੋਂ ਬਾਅਦ ਦੇ ਵਿੱਚ ਕਿਸਾਨਾਂ 'ਤੇ ਲਗਾਤਾਰ ਹੋ ਰਹੇ ਆ ਜਿਹੜੇ ਜ਼ੁਲਮ ਆਪਣੇ ਹਰਿਆਣੇ ਦੇ ਵਿੱਚ। ਜਦੋਂ ਉਹ ਕੋਈ ਲੋਕਤੰਤਰਕ ਮਤਲਬ ਸੱਦਾ ਦਿੰਦੇ ਆ ਵੀ ਅਸੀਂ ਵਿਰੋਧ ਕਰਦੇ ਹਾਂ ਗੌਰਮੈਂਟ ਦੀਆਂ ਨੀਤੀਆਂ ਦਾ, ਅਤੇ ਉੱਥੇ ਫਾਸ਼ੀਵਾਦੀ ਹੁਕਮ ਕਰਦੇ ਨੇ, ਅਤੇ ਉਹਨਾਂ ਦੇ ਹੱਕ 'ਚ ਅੱਜ ਅਸੀਂ ਮਜ਼ਦੂਰ ਲੋਕ ਇਕੱਠੇ ਹੋਏ ਹਾਂ। ਅਤੇ ਇਸ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਤਾਂ ਅਸੀਂ ਇਸ ਤੱਕ ਸੀਮਿਤ ਰੱਖਿਆ। ਵੈਸੇ ਅਸੀਂ ਲੋਕਾਂ ਦੇ ਵਿੱਚ ਜਾਂ ਮਜ਼ਦੂਰਾਂ ਵਿੱਚ ਇਸ ਚੇਤਨਾ ਨੂੰ ਲੈ ਕੇ ਜਾ ਰਹੇ ਹਾਂ ਕਿ ਲੜਿਆਂ ਬਿਨਾਂ ਕੁਛ ਨਹੀਂ ਬਣਨਾ। ਅਤੇ ਬਾਕੀ ਦਾ ਸਾਡੇ ਕੋਲ ਆਲ ਇੰਡੀਆ ਦੇ ਜਿਹੜੇ ਲੀਡਰ ਨੇ ਅਤੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਨੇ, ਉਹ ਤੁਹਾਡੇ ਨਾਲ ਜ਼ਿਆਦਾ ਗੱਲ ਕਰ ਸਕਦੇ ਆ। ਚੰਦਰ ਸ਼ੇਖਰ ਜੀ। ਸਰ, ਕੀ ਨਾਮ ਹੈ ਤੁਹਾਡਾ? ਚੰਦਰ ਸ਼ੇਖਰ, ਮੈਂ ਜਨਰਲ ਸੈਕਟਰੀ ਪੰਜਾਬ CITU ਦਾ। ਅਤੇ ਅੱਜ ਅਸੀਂ ਪੂਰੇ ਪੰਜਾਬ 'ਚ ਸੱਦਾ ਦਿੱਤਾ ਹੈ ਸੀਟੂ ਦੇ ਨਾਲ ਜਿੰਨੀ ਵੀ ਸੰਬੰਧਿਤ ਯੂਨੀਅਨਾਂ 217 ਯੂਨੀਅਨਾਂ ਸਾਡੀਆਂ ਸੂਬਾ ਪੱਧਰ ਦੀ ਵੀ ਹੈ, ਲੋਕਲ ਵੀ ਹੈ, ਕਿ ਅੱਜ ਜੋ ਹਰਿਆਣਾ ਅਤੇ ਦਿੱਲੀ ਸਰਕਾਰ ਦੇ ਪੁਤਲੇ ਜਲਾਉਣ, ਜੋ ਇਹ ਕਰਨਾਲ ਦੇ ਅੰਦਰ ਕਿਸਾਨਾਂ ਦੇ ਉੱਤੇ ਜ਼ਬਰ ਢਾਇਆ ਉੱਥੇ ਦੀ ਪੁਲਿਸ ਨੇ, ਔਰ ਜੋ ਚੀਫ ਮਿਨਿਸਟਰ ਹੋਰ ਉਕਸਾਉਣ ਲਈ ਭੈੜੇ ਬਿਆਨ ਦੇ ਰਿਹਾ ਹੈ, ਔਰ ਪੰਜਾਬ 'ਚ BJP ਦਾ ਲੀਡਰ ਹਰਜੀਤ ਗਰੇਵਾਲ ਜਿਹੜਾ ਕਹਿ ਰਿਹਾ ਵੀ ਇਹ ਜਿਹੜਾ ਘਰਾਓ ਕੀਤਾ ਕਰਨਾਲ ਆ ਕੇ, ਅਸਲ ਦੇ ਅੰਦਰ ਵਿਦੇਸ਼ੀ ਤਾਕਤਾਂ ਇਹਨਾਂ ਦੀ ਪਿੱਠ ਦੇ ਉੱਤੇ ਹੈ। ਕੱਲ ਪਰਸੋਂ ਉਹਨੇ ਵੀ ਕਿਹਾ, ਮਤਲਬ BJP ਇਸ ਲੜਾਈ ਨੂੰ ਹੋਰ ਭੜਕਾਉਣਾ ਚਾਹੁੰਦੀ ਹੈ ਤਾਂ ਜੋ ਵਰਕਰ ਇਸ ਡੰਡਿਆਂ ਤੋਂ ਕੁੱਟ ਖਾ ਕੇ ਇਹ ਪੱਥਰਬਾਜੀ ਤੇ ਉਤਰਿਆਣ ਤੇ ਇਹਨਾਂ ਨੂੰ ਅਸੀਂ ਬਦਨਾਮ ਕਰ ਸਕੀਏ। ਉਹ ਅਸਲ 'ਚ ਉਹਨਾਂ ਨੂੰ ਲੀਹ ਤੋਂ ਲਾਣਾ ਚਾਹੁੰਦੇ ਹੈ। ਪਰ ਮੈਂ ਮਤਲਬ ਵਧਾਈ ਦਿੰਦਾ ਉਹਨਾਂ ਲੀਡਰਾਂ ਨੂੰ, ਕਰਨਾਲ ਵਾਲਿਆਂ ਨੂੰ ਵੀ, ਜਿਨ੍ਹਾਂ ਨੇ ਇਸ ਨੂੰ ਪੁਲਿਸ ਮੁਕਾਬਲਾ ਕਰਨ ਦੀ ਬਜਾਏ ਅਮਨ ਦੇ ਨਾਲ ਮਤਲਬ ਸਾਰਾ ਜ਼ੁਲਮ ਸਹਿਆ। ਔਰ ਅੱਜ ਪੂਰੇ ਦੇਸ਼ ਦੇ ਅੰਦਰ ਲੜਾਈ ਲੜੀ ਜਾ ਰਹੀ ਹੈ ਕਿ SDM ਨੂੰ ਬਰਖਾਸਤ ਕੀਤਾ ਜਾਵੇ, ਉਸ ਥਾਣੇਦਾਰ ਨੂੰ ਘਰ ਨੂੰ ਤੋਰਿਆ ਜਾਵੇ, ਔਰ ਜਿਹੜਾ ਵਰਕਰ ਮਰ ਗਿਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ, ਉਹਦੇ ਪਰਿਵਾਰ 'ਚੋਂ ਇੱਕ ਨੂੰ ਸਰਕਾਰੀ ਪੱਕੀ ਸਥਾਈ ਨੌਕਰੀ ਦਿੱਤੀ ਜਾਵੇ,
ਔਰ ਇਸ ਤਰੀਕੇ ਨਾਲ ਜਿਹੜੀਆਂ ਮੰਗਾਂ ਇਹ ਲੜਾਈ ਸਾਡੀ ਅੱਗੇ ਚੱਲੇਗੀ। ਸਰ ਜਿਸ ਤਰੀਕੇ ਨਾਲ ਡੱਲਾ ਜੀ ਨੇ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਤੋਂ ਪਹਿਲਾਂ ਦੀ ਹੀ ਮਜ਼ਦੂਰ ਜਥੇਬੰਦੀ ਜਿਹੜੀ ਹੈ ਆਪਣੇ ਹੱਕਾਂ ਹਕੂਕਾਂ ਲਈ ਲੜਾਈ ਲੜ ਰਹੀ ਹੈ ਔਰ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਿਸਾਨਾਂ ਵੱਲੋਂ ਵੀ ਕੀਤਾ ਜਾ ਰਿਹਾ ਔਰ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਇੱਕ ਕਾਰਪੋਰੇਟ ਘਰਾਣਾ ਹੁਣ ਇੱਕ ਨਵਾਂ ਜਿਹੜਾ ਲੈ ਕੇ ਆ ਰਹੇ ਨੇ ਲਾਅ ਕਿ ਜਿਹੜੇ ਕੰਮ ਦੇ ਘੰਟੇ ਨੇ ਉਹ 12 ਘੰਟੇ ਕਰ ਦਿੱਤੇ ਜਾਣਗੇ, ਯਾਨੀ ਕਿ 8 ਘੰਟੇ ਦੀ ਬਜਾਏ ਹੁਣ 12 ਘੰਟੇ ਜਿਹੜਾ ਕੰਮ ਹੈ ਉਹ ਕਰਨਾ ਹੋਏਗਾ। ਬਿਨਾਂ ਕਿਸੇ ਨੋਟਿਸ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕੱਢਿਆ ਵੀ ਜਾ ਸਕਦਾ ਹੈ। ਮਜ਼ਦੂਰਾਂ ਦੇ ਲਈ ਜਿਹੜੀਆਂ ਨੀਤੀਆਂ ਨੇ, ਦੇਖੋ ਇਹ ਹੈ ਅਸਲ ਦੇ ਅੰਦਰ ਇਹ ਨੀਤੀਆਂ ਕੋਈ ਮੋਦੀ ਨਹੀਂ ਬਣਾ ਰਿਹਾ, ਇਹ ਗੱਲ ਆਪਾਂ ਨੂੰ ਸਪਸ਼ਟ ਹੋਵੇ। ਜਦੋਂ ਮੋਦੀ ਨੂੰ ਵਰਲਡ ਬੈਂਕ, ਸੰਸਾਰ ਬੈਂਕ ਔਰ ਇੰਟਰਨੈਸ਼ਨਲ ਮੋਨੇਟਰੀ ਫੰਡ ਉਹ ਕਹਿੰਦੇ ਆ ਵੀ ਤੈਨੂੰ ਕਰਜ਼ਾ ਤਾਂ ਦੇਵਾਂਗੇ ਪਹਿਲੇ ਤੂੰ ਇਹ ਨੀਤੀ ਲਾਗੂ ਕਰ, ਚਾਹੇ ਉਹ ਮਤਲਬ 2000 ਰੁਪਈਆ ਮਹੀਨੇ ਦਾ ਕਿਸਾਨ ਨੂੰ ਦੇਵੇ। ਉਹ ਕਹਿੰਦਾ ਕਿਸਾਨ ਦੀ ਜ਼ਮੀਨ ਲੈ, ਜਿਹੜੀ ਬੇਚੈਨੀ ਪੈਦਾ ਹੋਏਗੀ ਉਹਨਾਂ ਦੇ ਖਾਤੇ 'ਚ ਟ੍ਰਾਂਸਫਰ ਕਰੋ ਕੈਸ਼, ਤਾਂ ਜੋ ਬੇਚੈਨੀ ਨੂੰ ਰੋਕੀ ਜਾ ਸਕੇ ਤੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਸਕੇ। ਉਹਦੇ ਲਈ ਤੇਰੇ ਕੋਲ ਪੈਸੇ ਨਹੀਂ, ਅਸੀਂ ਤੈਨੂੰ ਕਰਜ਼ਾ ਦਿੰਦੇ ਹਾਂ ਤੇ ਕਰਜ਼ਾ 20 ਸਾਲਾਂ 30 ਸਾਲਾਂ ਸਾਨੂੰ ਮੋੜਦੀ। ਅਸਲ ਦੇ ਅੰਦਰ ਸਾਰੀ ਨੀਤੀਆਂ, ਮੈਂ ਇਕੱਲੀ ਦੀ ਵਿਆਖਿਆ ਨਹੀਂ ਕਰਦਾ, ਇਹ ਸਮੁੱਚੀ ਨੀਤੀਆਂ ਵਰਲਡ ਬੈਂਕ ਤੇ IMF ਤਾਂ ਜਾਂ ਉਹਨਾਂ ਦੇ ਜਿਹੜੇ ਇੰਸਟੀਟਿਊਸ਼ਨਸ ਨੇ G7 ਦੇਸ਼ਾਂ ਦੇ, ਇਹ ਉਹਨਾਂ ਵੱਲੋਂ ਚਲਾਈਆਂ ਜਾ ਰਹੀਆਂ ਤੇ ਮੋਦੀ ਤਾਂ ਉਹਨਾਂ ਦੇ ਹੁਕਮ ਮੰਨ ਕੇ ਉਹਦੇ ਅਨੁਸਾਰ ਕੰਮ ਕਰ ਰਿਹਾ। ਟੋਟਲ ਜਿਹੜੇ 4 ਲੇਬਰ ਕੋਡ ਬਣਾਏ ਉਹਨਾਂ ਨੇ, 29 ਲੇਬਰ ਕਾਨੂੰਨਾਂ ਨੂੰ ਤੋੜ ਕੇ, ਕੁਝ ਰਹਿ ਗਏ ਉਹਨਾਂ ਨੂੰ ਤੋੜੇਗਾ ਬਾਅਦ 'ਚ। ਜਿਹੜੇ 4 ਕੋਡ ਬਣਾਏ ਆ ਉਹਦੇ ਅੰਦਰ ਜਿਹੜਾ 48 ਦਾ ਕਾਨੂੰਨ ਬਣਿਆ ਸੀ ਫੈਕਟਰੀ ਐਕਟ, ਉਹਦੇ ਮੁਤਾਬਕ 8 ਘੰਟੇ ਤੋਂ ਬਾਅਦ ਡਿਊਟੀ ਨਹੀਂ ਲਈ ਜਾ ਸਕਦੀ। ਜੇ ਦੁੱਗਣਾ ਰੇਟ ਤੇ 1 ਘੰਟਾ ਓਵਰ ਟਾਈਮ ਵੀ ਲੈਣਾ ਤਾਂ 9 ਘੰਟੇ ਤੋਂ ਬਾਅਦ ਨਹੀਂ ਲਈ ਜਾ ਸਕਦੀ। ਇਹਨਾਂ ਨੇ ਉਹ ਕਿ ਗਵਰਨਮੈਂਟ ਰੈਗੂਲੇਟ ਨਹੀਂ ਕਰੇਗੀ, ਦਖਲ ਨਹੀਂ ਦੇਗੀ, ਮਾਲਕ ਜਾਣੇ ਤੇ ਮਜ਼ਦੂਰ ਜਾਣੇ, ਚਾਹੇ ਉਹ 12 ਘੰਟੇ ਲਏ ਚਾਹੇ 16 ਘੰਟੇ ਲਵੇ। ਇਸੇ ਤਰੀਕੇ ਨਾਲ ਪਹਿਲੇ ਕਾਨੂੰਨ ਦੇ ਅੰਦਰ ਔਰਤਾਂ ਸਿਰਫ ਐਮਰਜੈਂਸੀ ਸਰਵਿਸ ਜਿਵੇਂ ਹਸਪੀਟਲ ਹੈ, ਸ਼ਾਮ ਨੂੰ 6 ਵਜੇ ਤੋਂ ਬਾਅਦ ਸਵੇਰੇ 6 ਵਜੇ ਤੋਂ ਪਹਿਲੇ ਡਿਊਟੀ ਤੇ ਨਹੀਂ ਬੁਲਾਈਆਂ ਜਾ ਸਕਦੀਆਂ। ਪਹਿਲੇ ਕਾਨੂੰਨ ਦੇ ਅਨੁਸਾਰ ਉਹਨਾਂ ਨੇ ਕਹਿਤਾ ਮਾਲਕ ਦੀ ਮਰਜ਼ੀ ਹੈ, ਰਾਤ ਨੂੰ ਬੁਲਾਵੇ ਦਿਨ ਨੂੰ ਬੁਲਾਵੇ, ਜਿਹਨੇ ਨੌਕਰੀ ਨਹੀਂ ਕਰਨੀ ਘਰ ਨੂੰ ਜਾਓ। ਇਸ ਤਰੀਕੇ ਨਾਲ ਜਿੰਨੇ ਸਾਰੇ ਕਾਨੂੰਨ ਹੈ, ਚਾਹੇ ਉਹ ਛੁੱਟੀਆਂ ਦਾ, ਚਾਹੇ ਡਿਊਟੀ ਆਵਰ ਦਾ, ਬੋਨਸ ਦਾ, ਪ੍ਰੋਵੀਡੈਂਟ ਫੰਡ ਦਾ, ESI ਦਾ, ਸਰਟੀਫਿਕੇਟ ਦਾ, ਕੋਈ ਮੁਆਵਜ਼ੇ ਦਾ, ਜਿੰਨੇ ਵੀ ਹੈ, ਚਿਲਡਰਨ ਐਜੂਕੇਸ਼ਨ ਅਲਾਊਂਸ ਦਾ ਜਾਂ ਮਤਲਬ ਜੱਚਾ ਬੱਚਾ ਦਾ ਛੁੱਟੀ 6 ਮਹੀਨੇ ਦੇਣੀ ਔਰਤ ਨੂੰ ਜੇ ਉਹਦੇ ਬੱਚੇ ਦਾ ਜਨਮ ਲਿਆ, ਉਹ ਸਾਰੇ ਕਾਨੂੰਨ ਬਦਲ ਕੇ ਜਿਹਨੂੰ ਉਹ ਕਹਿੰਦੇ ਆ ਵੀ ਲਚਕਦਾਰ ਕਾਨੂੰਨ ਅਸੀਂ ਬਣਾ ਰਹੇ ਹਾਂ। ਲਚਕ ਦਾ ਮਤਲਬ ਮਾਲਕਾਂ ਦੇ ਹੱਕ 'ਚ ਬਣਾ ਰਹੇ ਹਾਂ ਤੇ ਮਾਲਕ ਨੂੰ ਹਾਇਰ ਤੇ ਫਾਇਰ ਦਾ, ਨੌਕਰੀ ਰੱਖਣ ਦਾ ਜਦੋਂ ਮਰਜ਼ੀ ਨਾ ਕੱਢ ਦੇ ਇਹ ਅਧਿਕਾਰ ਹੋਏਗਾ। ਸਰਕਾਰ ਉਹ 'ਚ ਦਖਲ ਨਹੀਂ ਦੇਵੇਗੀ। ਇੰਸਪੈਕਟਰ ਲੇਬਰ ਮਹਿਕਮਾ, ਲੇਬਰ ਕੋਰਟ ਕਚਹਿਰੀ ਦਾ ਕੋਈ ਦਖਲ ਨਹੀਂ ਹੋਏਗਾ, ਉਹਦੀ ਕੋਈ ਅਪੀਲ ਨਹੀਂ ਹੋਏਗੀ। ਤੁਸੀਂ G7 ਦੇਸ਼ਾਂ ਦਾ ਜ਼ਿਕਰ ਕੀਤਾ ਹੈ ਕਿ G7 ਦੇ ਰਾਹੀਂ ਜਿਹੜਾ ਦਬਾਅ ਹੈ ਪਾਇਆ ਜਾ ਰਿਹਾ, ਪਰ G7 ਦੇ ਵਿੱਚ ਜਿਹੜੇ ਦੇਸ਼ ਸ਼ਾਮਿਲ ਨੇ ਉਹਨਾਂ ਦਾ ਪਾਰਟਿਕੂਲਰ ਇੱਕ ਕ੍ਰਾਈਟੇਰੀਆ ਹੈ, ਜਿਹੜੇ ਉਹਨਾਂ ਦੇ ਵਰਕਰਸ ਨੇ ਉਹਨਾਂ ਦੇ ਲਈ ਉਹਨਾਂ ਨੇ ਮਾਪਦੰਡ ਤੈਅ ਕੀਤੇ ਨੇ। ਜੇ ਉਹ ਆਪਣੀ ਜੌਬ ਆਸ ਤੋਂ ਜ਼ਿਆਦਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਉਸ ਤੋਂ ਜ਼ਿਆਦਾ ਪੇ ਕੀਤਾ ਜਾਂਦਾ, ਓਵਰ ਟਾਈਮ ਦਿੱਤਾ ਜਾਂਦਾ। ਫਿਰ ਇਹ G7 ਦਾ ਇਹ ਪ੍ਰਭਾਵ ਕਿਉਂ ਨਹੀਂ ਪੈਂਦਾ ਕਿ ਸਰਕਾਰ ਨੂੰ ਕਹੇ ਕਿ 12 ਘੰਟੇ ਜਾਂ ਦੀ ਸ਼ਿਫਟ ਤੁਸੀਂ ਨਹੀਂ ਲਗਵਾ ਸਕਦੇ, ਜੇ G7 ਦਾ ਹੀ ਮੰਨਣਾ ਹੈ? ਦੇਖੋ G7 ਦਾ ਵੀ, ਜਿਨ੍ਹਾਂ ਨੂੰ ਅਸੀਂ ਦੇਸ਼ੀ ਭਾਸ਼ਾ ਸਾਮਰਾਜੀ ਦੇਸ਼ ਕਹਿੰਦੇ ਹਾਂ, ਇਹ ਉਹ ਦੇਸ਼ ਹੈ ਜਿਨ੍ਹਾਂ ਨੇ ਸਾਰੀ ਦੁਨੀਆ ਦੀ ਮੰਡੀ ਲੁੱਟੀ, ਰਾ ਮਟੀਰੀਅਲ ਲੁੱਟੇ, ਸਸਤੀ ਲੇਬਰ ਲੁੱਟੀ, ਉਹਦੇ ਆਧਾਰ ਤੇ ਉਹ ਅਮੀਰ ਹੋਏ ਹੈ। ਅੱਜ ਜਦੋਂ ਉਹਨਾਂ ਦਾ ਮੁਨਾਫਾ ਘਟਣ ਲੱਗਿਆ ਹੋਇਆ ਤਾਂ ਉਹ ਵੀ ਆਪਣੇ ਮਜ਼ਦੂਰ ਜਮਾਤ ਨੂੰ, ਜਿਵੇਂ ਬੁਢਾਪੇ ਦੇ ਅੰਦਰ ਉਹ ਇੱਕ ਅਲਾਊਂਸ ਦਿੰਦੇ ਸੀ, ਉਹਨਾਂ ਨੇ ਕਹਿਤਾ ਹੁਣ 5 ਸਾਲ ਮਿਲੇਗਾ, ਜਦੋਂ ਮਰਜ਼ੀ ਲੈ ਲਓ, ਚਾਹੇ ਬੇਰੁਜ਼ਗਾਰੀ ਭੱਤਾ ਲੈ ਲਓ, ਚਾਹੇ ਬੁਢਾਪੇ ਦਾ ਅਲਾਊਂਸ ਲੈ ਲਓ। ਉਹਨਾਂ ਨੇ ਵੀ ਕੱਟ ਡਾਊਨ ਕਰਨਾ ਸ਼ੁਰੂ ਕਰਤਾ। ਅਮਰੀਕਾ ਦੇ ਅੰਦਰ ਵੀ ਪਿਛਲੀ 2 ਇਲੈਕਸ਼ਨਾਂ ਇਸ ਲਈ ਹੋਈ ਕਿ ਮਿਨੀਮਮ ਵੇਜ $15 ਪ੍ਰਤੀ ਘੰਟਾ ਹੋਣੀ ਚਾਹੀਦੀ, ਪਰ ਅੱਜ ਵੀ ਬਾਈਡਨ ਜਿਹੜਾ ਡੈਮੋਕ੍ਰੇਟਿਕ ਪਾਰਟੀ ਦਾ ਇਹ ਨਾਅਰਾ ਦੇ ਕੇ ਆਇਆ ਕਿ 15 ਘੰਟੇ ਕਰਾਂਗੇ। ਮਤਲਬ ਇਹ ਨਾਅਰਾ ਦੇ ਕੇ ਆਇਆ ਲੇਕਿਨ ਉਹ $15 ਪ੍ਰਤੀ ਘੰਟਾ ਕਰਨ ਤੋਂ ਮੁੱਕਰ ਗਿਆ। ਇਸ ਕਰਕੇ ਵੀ G7 ਸਾਰਾ ਕੁਝ ਦਿੰਦਾ, ਜੇ ਉਹ ਦਿੰਦਾ ਸੀ ਪਹਿਲੇ, ਅੱਜ ਉਸ ਤੋਂ ਪਿੱਛੇ ਹਟਦਾ ਜਾ ਰਿਹਾ। ਦੂਜੀ ਗੱਲ, ਜੇ ਉਹਨਾਂ G7 ਦੇਸ਼ਾਂ ਦੇ ਅੰਦਰ ਮਾਇਆ ਬਹੁਤ ਪਈ ਹੈ ਉਹਨਾਂ ਕੋਲ, ਪੂੰਜੀ ਜਿਹਨੂੰ ਕਹਿੰਦੇ ਆ, ਤਕਨੀਕ ਤੇ ਪੂੰਜੀ ਬਹੁਤ ਹੈ ਉਹਨਾਂ ਕੋਲ, ਹੁਣ ਉਹ ਪੂੰਜੀ ਲਾਣ ਕਿੱਥੇ? ਜੇ ਆਪਣੇ ਦੇਸ਼ 'ਚੋਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਂਦੇ ਆ ਤਾਂ ਉਹ 0.5% ਵਿਆਜ ਤੇ ਵੀ ਖੁਸ਼ ਹੈ, 0.5% ਤੇ। ਇਹਦਾ ਮਤਲਬ ਜਿਹੜੇ ਵਰਕਰ ਨੂੰ ਅੱਗੇ 5 ਜਾਂ 6% ਵਿਆਜ ਦਾ ਪੈਸਾ ਜਿਹੜੀ ਬੱਚਤ ਕਰਦਾ ਮਿਲਦਾ ਸੀ, ਉਹ ਤਾਂ 0.5% ਤੇ ਆ ਗਿਆ। ਜੇ 0.5% ਮਿਲੇਗਾ ਤਾਂ ਉਹਦੀ ਜਿਹੜੀ ਆਪਣੀ ਜੀਵਨ ਹੋਰ ਵੀ ਔਖਾ ਹੋਏਗਾ, ਉਹਦੇ ਲਈ ਪਰੇਸ਼ਾਨੀ ਹੋਏਗੀ ਨਾ।
ਇਸੇ ਤਰੀਕੇ ਨਾਲ ਜਿਹੜਾ ਸਰਕਾਰ ਐਜੂਕੇਸ਼ਨ, ਟਰਾਂਸਪੋਰਟ, ਹੈਲਥ ਸਰਵਿਸਿਜ਼ ਸਾਰਾ ਗਵਰਨਮੈਂਟ ਪ੍ਰੋਵਾਈਡ ਕਰਦੀ ਸੀ, ਉਹ ਸਾਰਾ ਹੁਣ ਮਾਰਕੀਟ ਫੋਰਸਿਸ ਤੇ ਛੱਡਤਾ ਉਹਨਾਂ ਨੇ ਵੀ। ਇਸ ਕਰਕੇ ਉੱਥੇ ਵੀ ਜੀਵਨ ਬਹੁਤ ਔਖਾ ਹੋ ਗਿਆ। ਪਰ ਉਹ ਥਰਡ ਵਰਲਡ ਕੰਟਰੀਜ਼ ਦੇ ਅੰਦਰ, ਸਾਡੇ ਦੇਸ਼ ਦੇ ਅੰਦਰ ਜੇ ਉੱਥੇ 0.5% ਵਿਆਜ ਮਿਲਦਾ ਉਹਨਾਂ ਨੂੰ, ਜੇ ਉਹ ਸਾਡੀ ਮਾਰਕੀਟ 'ਚ ਆ ਜਾਣ, ਸ਼ੇਅਰ ਮਾਰਕੀਟ ਜਾਂ ਬੈਂਕਿੰਗ 'ਚ ਆ ਜਾਣ, ਤਾਂ ਇੱਥੇ ਉਹਨਾਂ ਨੂੰ 8 ਜਾਂ 9 ਜਾਂ 10% ਵਿਆਜ ਮਿਲ ਸਕਦਾ। ਤਾਂ ਉਹ ਇੱਥੇ ਇਸ ਕਰਕੇ ਆਉਂਦੇ ਆ ਆਪਣੇ ਮੁਨਾਫੇ ਲਈ, ਉਹ ਹਿੰਦੁਸਤਾਨ 'ਚ ਇਨਵੈਸਟਮੈਂਟ ਕਰਨ ਲਈ ਨਹੀਂ ਆਉਂਦੇ। ਇਹ ਸਾਨੂੰ ਵਹਿਮ ਨਹੀਂ ਹੋਣਾ ਚਾਹੀਦਾ। ਤੇ ਇਹ ਉਹਨਾਂ ਦੀ ਪੂੰਜੀ ਨੂੰ ਇਨਵਾਈਟ ਕਰਨ ਲਈ ਸਾਰੀ ਉਹਨਾਂ ਦੀ ਸ਼ਰਤਾਂ ਮੰਨ ਰਹੇ ਆ। ਇਸ ਕਰਕੇ ਅਸੀਂ ਵਿਦੇਸ਼ੀ ਪੂੰਜੀ ਦੇ ਡਟ ਕੇ ਵਿਰੋਧੀ ਹਾਂ। ਪੂੰਜੀ ਸਾਡੇ ਦੇਸ਼ 'ਚ ਹੈ। ਸਾਡੇ ਦੇਸ਼ ਦੀ ਪੂੰਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। 34 ਲੱਖ ਕਰੋੜ ਰੁਪਈਆ ਇਕੱਲੇ LIC ਨੇ ਜਮ੍ਹਾਂ ਕੀਤਾ ਅੱਜ ਤੱਕ। ਹਿੰਦੁਸਤਾਨ ਦੀ ਕੋਈ ਸਕੀਮ ਨਹੀਂ ਕਿਸੇ ਸ਼ਹਿਰ ਦੀ ਜਿੱਥੇ ਸੀਵਰੇਜ ਪਿਆ ਹੋਵੇ, ਰੇਲਵੇ ਦੇ ਡੱਬੇ, ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਸਾਰਾ LIC ਦੇ ਪੈਸਿਆਂ ਨਾਲ ਹੁੰਦਾ। ਉਸੇ LIC ਨੂੰ ਹੁਣ ਵਿਦੇਸ਼ੀ ਕਾਰਪੋਰੇਟ ਹਾਊਸਿੰਗ ਨੂੰ ਵੇਚਿਆ ਜਾ ਰਿਹਾ। ਮਤਲਬ ਜਿਹੜੀ ਪੂੰਜੀ ਪੈਦਾ ਕਰਦੀ ਹੈ, ਸਾਡੇ ਡਾਕਖਾਨੇ, ਸਾਡੇ ਬੈਂਕ, ਸਾਡਾ ਇੰਸ਼ੋਰੈਂਸ ਸੈਕਟਰ, ਜਿਹੜਾ ਮਤਲਬ ਗਰੀਬ ਲੋਕਾਂ ਤੋਂ 2-2 ਪੈਸੇ ਇਕੱਠੇ ਕਰਕੇ ਖਰਬਾਂ ਰੁਪਈਏ ਇਕੱਠੇ ਕਰਦਾ, ਔਰ ਜੋ ਖਰਬਾਂ ਰੁਪਈਏ ਪੂੰਜੀ ਪੈਦਾ ਕਰਨ ਵਾਲਾ ਵਿਦੇਸ਼ੀਆਂ ਲਈ ਛੱਡਿਆ ਜਾ ਰਿਹਾ ਤਾਂ ਕਿ ਦੇਸ਼ ਦੀ ਪੂੰਜੀ ਪੈਦਾ ਨਾ ਹੋ, ਅਸੀਂ ਉਹਨਾਂ 'ਤੇ ਨਿਰਭਰ ਕਰੀਏ। ਇਸ ਕਰਕੇ ਇਹ ਨੀਤੀ ਦਾ ਸਵਾਲ ਹੈ। ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ ਇੱਕ, ਇਹ ਨਹੀਂ ਮੈਂ ਪ੍ਰਸ਼ੰਸਕ ਹਾਂ ਕਿਸੇ ਦੂਜੇ ਦੇਸ਼ ਦਾ, ਪ੍ਰਸ਼ੰਸਕ ਤਾਂ ਅਸੀਂ ਆਪਣੇ ਦੇਸ਼ ਦੇ ਹੀ ਰਹਾਂਗੇ। ਚਾਈਨਾ ਦੇ ਰਾਸ਼ਟਰਪਤੀ ਨੇ, ਜਿਹੜਾ ਉੱਥੇ ਦੀ ਪਾਰਟੀ ਰਾਜ ਕਰਦੀ ਪਾਰਟੀ ਦਾ ਜਨਰਲ ਸੈਕਟਰੀ ਵੀ ਹੈ, ਉਸਨੇ ਪਿਛਲੇ ਇੱਕ ਸੈਂਟਰ ਕਮੇਟੀ ਦੀ ਮੀਟਿੰਗ ਅੰਦਰ ਬਿਆਨ ਦਿੱਤਾ ਕਿ ਹੁਣ ਤੱਕ ਚਾਈਨਾ ਨੇ ਗਰੀਬੀ ਹਟਾਈ ਸੀ। ਹੁਣ ਚਾਈਨਾ ਗਰੀਬੀ ਹਟਾਉਣ ਦਾ ਕੰਮ ਤਾਂ ਮੁੱਕ ਗਿਆ। ਵਰਲਡ ਬੈਂਕ ਨੇ ਵੀ ਕਹਿਤਾ ਗਰੀਬੀ ਖਤਮ ਹੋ ਗਈ, ਤੇ ਚਾਈਨਾ ਪਹਿਲਾਂ ਹੀ ਕਹਿ ਰਿਹਾ ਗਰੀਬੀ ਖਤਮ ਹੋ ਗਈ, ਕੋਈ ਗਰੀਬ ਨਹੀਂ ਉੱਥੇ ਹੈ। ਤੇ ਹੁਣ ਜਿਹੜੇ ਅਮੀਰਾਂ ਨੇ ਰੁਪਈਆ ਕਮਾਇਆ, ਉਸ ਪੇ ਬੈਕ ਕਰਨ ਸਮਾਜ ਨੂੰ। ਜਿਹੜੀ ਸਭ ਤੋਂ ਵੱਡੀ ਕੰਪਨੀ ਸੀ ਉਹਨਾਂ ਦੀ, ਕੀ ਉਹਦਾ ਨਾਂ ਸੀਗਾ, ਜਿਹੜੀ ਮੇਰਾ ਨਾਂ ਨਹੀਂ ਉਹਦਾ ਯਾਦ ਆ ਰਿਹਾ, ਤੁਸੀਂ ਅੰਦਾਜ਼ਾ ਕਰੋ। ਮਤਲਬ ਉਹ ਜਿਹੜੀ ਕੰਪਨੀ ਸੀ ਵੱਡੀ, ਉਸ ਕੰਪਨੀ ਦਾ ਇੱਕ ਸ਼ਹਿਰ ਦੇ ਅੰਦਰ ਹੈੱਡਕੁਆਟਰ ਆ ਸਾਰੀ ਦੁਨੀਆ ਦਾ, ਚਾਈਨਾ ਦੇ ਅੰਦਰ। ਉਹਨੇ 50-50 ਕਿਲੋਮੀਟਰ ਦੇ ਏਰੀਏ 'ਚ ਇਹ ਕਹਿਤਾ ਵੀ ਜਿੰਨੇ ਤੂੰ ਮੁਨਾਫਾ ਕਮਾਏਂਗਾ, ਉਸ ਮੁਨਾਫੇ ਦਾ 75% ਲੋਕਾਂ ਦੀ ਤਨਖਾਹ ਵਧਾਏਗਾ। ਠੀਕ ਹੈ ਸਰ, ਤੁਸੀਂ ਚਾਈਨਾ ਦਾ ਜ਼ਿਕਰ ਕੀਤਾ ਹੈ ਤੇ ਚੀਨ ਦੀ ਇੱਕ ਹੋਰ ਨੀਤੀ ਸਾਹਮਣੇ ਆਈ ਹੈ ਕਿ 3 ਬੱਚੇ ਪੈਦਾ ਕਰਨ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾ ਰਹੀ ਹੈ। ਉਹ ਕੀ ਨੀਤੀ ਹੈ ਕਿ ਲੇਬਰ ਸਸਤੀ ਕਰਨ ਦੇ ਚੱਕਰ ਦੇ ਵਿੱਚ ਉਹ ਇਜਾਜ਼ਤ ਦਿੱਤੀ? ਨਹੀਂ, ਇਹ ਨਹੀਂ। ਚਾਈਨਾ ਨੂੰ ਜਿੰਨੀ ਲੇਬਰ ਦੀ ਲੋੜ ਹੈ, ਕਿਉਂਕਿ 1 ਚਾਈਲਡ ਪਾਲਿਸੀ ਸੀ ਉਹਨਾਂ ਦੀ ਪਹਿਲੇ ਪਿਛਲੇ 20-25 ਸਾਲਾਂ ਤੋਂ। ਉਹਨਾਂ ਦੀ ਇੱਕ ਜਨਰੇਸ਼ਨ ਦੇ ਅੰਦਰ ਜੇ ਮਾਂ ਪਿਓ 2 ਸੀ, ਜੇ 2 ਨੇ ਮਰ ਜਾਣਾ ਤੇ ਅੱਗੇ 1 ਰਹਿ ਜਾਏਗਾ। ਜੇ ਪਾਪੂਲੇਸ਼ਨ ਘਟੇਗੀ ਤੇ ਜਿੰਨਾ ਕੰਮ ਉਹਨਾਂ ਨੇ ਕਰਨਾ, ਉਹਨਾਂ ਤਾਂ ਹਜ਼ਾਰਾਂ ਕਿਲੋਮੀਟਰ ਰੇਤ ਜਿਹੜਾ ਸਦੀਆਂ ਤੋਂ ਸੀ ਰੇਗਿਸਤਾਨ, ਉਹ ਹਰਾ ਭਰਾ ਕਰਤਾ। ਤਾਂ ਕੀ ਬੰਦਿਆਂ ਤੋਂ ਬਿਨਾਂ ਇਹ ਕੰਮ ਹੋਏਗਾ? ਤਾਂ ਉਹਨਾਂ ਨੂੰ ਬੰਦਿਆਂ ਦੀ ਲੋੜ ਹੈ। ਬੇਸ਼ੱਕ ਸਾਡੇ ਦੇਸ਼ ਨਾਲੋਂ ਵੱਡਾ 140 ਕਰੋੜ ਦਾ ਦੇਸ਼ ਆ ਉਹ, 3 ਕਰੋੜ ਆਬਾਦੀ ਸਾਡੇ ਨਾਲੋਂ ਅੱਜ ਵੀ ਜ਼ਿਆਦਾ। ਇਸ ਕਰਕੇ ਉਹਨਾਂ ਨੂੰ ਪਾਪੂਲੇਸ਼ਨ ਚਾਹੀਦੀ ਹੈ ਹੋਰ ਆਪਣੇ ਵਿਕਾਸ ਲਈ, ਔਰ ਦੁਨੀਆ ਦੇ ਅੰਦਰ ਜਿਹੜਾ ਆਪਣਾ ਬਿਜ਼ਨਸ ਉਹ ਫੈਲਾਉਣ ਲੱਗੇ ਆ, ਉਹਦੇ ਲਈ ਵੀ ਉਹਨਾਂ ਨੂੰ ਲੋਕ ਚਾਹੀਦੇ ਹੈ। ਕਿਉਂਕਿ ਦੁਨੀਆ ਜਿੱਥੇ ਜਾਂਦੇ ਹੋ ਆਪਣੀ ਲੇਬਰ, ਆਪਣੇ ਟੈਕਨੀਸ਼ੀਅਨ ਵੀ ਲੈ ਕੇ ਜਾਂਦੇ ਹੈ, ਕਿਉਂਕਿ ਤਕਨੀਕ ਦੇ ਅੰਦਰ ਚਾਈਨਾ ਅੱਜ ਤਰੱਕੀ ਕਰ ਰਿਹਾ। ਪਰ ਭਾਰਤ ਦੇ ਵਿੱਚ ਤਾਂ ਆਬਾਦੀ ਬਹੁਤ ਜ਼ਿਆਦਾ ਹੈ, ਭਾਰਤ ਕਿਉਂ ਨਹੀਂ ਤਰੱਕੀ ਕਰ ਸਕਿਆ, ਕਿਉਂ ਨਹੀਂ ਵਿਕਾਸ ਕਰ ਸਕਿਆ? ਉਹਦਾ ਕਾਰਨ ਸਿਰਫ ਇੱਕੋ ਹੀ ਹੈ। ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਇੱਥੇ ਮੁਨਾਫਾ ਜਾਂਦਾ ਕਾਰਪੋਰੇਟ ਨੂੰ। ਉੱਥੇ ਜਿਹੜਾ ਕਾਰਪੋਰੇਟ ਨੂੰ ਜਾਂਦਾ ਸੀ ਉਹ ਘਟ ਕੇ ਪਬਲਿਕ ਨੂੰ ਜਾਣਾ ਸ਼ੁਰੂ ਹੋ ਗਿਆ। ਇਸੇ ਕਰਕੇ ਗਰੀਬੀ ਦੀ ਰੇਖਾ ਸਾਡੇ ਦੇਸ਼ 'ਚ ਹੈ 125 ਰੁਪਏ ਤੋਂ। ਜਿਸ ਪਰਿਵਾਰ ਦੀ ਆਮਦਨ ਮਤਲਬ $1.3 ਤੋਂ $1.3 ਤੁਸੀਂ ਲਾ ਲਓ ਤਾਂ ਲਗਭਗ 125 ਰੁਪਏ ਬਣੇਗਾ। 125 ਰੁਪਏ ਜਿਸ ਪਰਿਵਾਰ ਦੀ ਆਮਦਨ ਘੱਟ ਆ ਉਹਨੂੰ ਕਹਿੰਦੇ ਗਰੀਬੀ ਦੀ ਰੇਖਾ ਤੋਂ ਥੱਲੇ ਆ। ਇਹ ਪੈਂਡੈਮਿਕ ਦੇ ਅੰਦਰ 14 ਕਰੋੜ ਹੋਰ ਲੋਕ ਗਰੀਬੀ ਰੇਖਾ 'ਚ ਸ਼ਾਮਲ ਹੋ ਗਏ, ਜਿਹਨੂੰ ਕੰਮ ਨਹੀਂ ਮਿਲਿਆ। ਘਰਾਂ 'ਚ ਲੋਕਾਂ ਨੇ ਭਾਂਡੇ ਮਾਂਜਣ ਵਾਲੀਆਂ, ਸਫਾਈ ਕਰਨ ਵਾਲੀਆਂ ਹਟਾਤੀਆਂ, ਮਤਲਬ ਗਰੀਬ ਮਾਰਿਆ ਗਿਆ। ਕੰਸਟਰਕਸ਼ਨ ਦਾ ਕੰਮ ਰੁਕ ਗਿਆ, ਚੌਂਕ ਭਰਿਆ ਪਿਆ, ਮਜ਼ਦੂਰ ਸਾਰਾ ਦਿਨ ਰੋਟੀ ਖਾ ਕੇ ਮੁੜ ਜਾਂਦੇ ਆ। ਸਾਡੇ ਗਰੀਬੀ ਵੱਧ ਰਹੀ ਹੈ। ਉੱਥੇ ਉਲਟ ਹੈ, ਉਹਨਾਂ ਨੇ ਇਸ ਦੀ ਬਜਾਏ ਜਿਹੜਾ ਦੁਨੀਆ ਦਾ ਸਟੈਂਡਰਡ ਹੈ ਗਰੀਬੀ ਦੀ ਰੇਖਾ ਦਾ, ਉਹਨਾਂ ਨੇ ਚੱਕ ਕੇ ਕਰਤਾ 200 ਰੁਪਏ। ਮਤਲਬ 1.90 ਕਰਤਾ, 2.90 ਮਤਲਬ 200 ਰੁਪਏ ਕਰਤਾ। ਤਾਂ ਵੀ ਉਹ ਗਰੀਬੀ ਦੀ ਰੇਖਾ 'ਚੋਂ ਅੱਗੇ ਲੰਘੇ। ਹੁਣ ਕਹਿੰਦਾ ਅਸੀਂ ਅਪਰ ਸੈਕਸ਼ਨ ਸੁਸਾਇਟੀ ਲੈ ਕੇ ਜਾਣੀ ਹੈ। ਤੇ ਕਿੱਥੋਂ ਲੈ ਕੇ ਜਾਣੀ ਹੈ? ਜਿਹੜੇ ਕਾਰਪੋਰੇਟ ਆ ਉਹਨਾਂ ਦੇ ਦੇਸ਼ 'ਚ ਵੀ, ਕਿ ਉਹਨਾਂ ਤੋਂ ਸੁਸਾਇਟੀ ਨੂੰ ਪੇ ਬੈਕ ਕਰਨਗੇ ਹੁਣ, ਤੇ ਉੱਥੇ ਤੋਂ ਪੇ ਬੈਕ ਕਰਾ ਲੈਣਗੇ। ਸਾਡੇ ਉਲਟਾ 35% ਕਾਰਪੋਰੇਟ ਟੈਕਸ ਸੀ ਸਾਡੇ ਕੁਝ ਸਾਲ ਪਹਿਲੇ, ਅੱਜ 15% ਰਹਿ ਗਿਆ। ਅਮੀਰਾਂ 'ਤੇ ਟੈਕਸ ਘਟ ਰਿਹਾ ਤੇ ਜਿਹੜੀ ਹੈ ਜਨਰਲ ਟੈਕਸ ਹੈ ਜਿਹੜਾ
ਇਹ ਲਾ ਕੇ ਹਰ ਚੀਜ਼ ਤੇ ਗਰੀਬਾਂ ਤੇ ਟੈਕਸ ਸਾਰਿਆਂ ਤੇ ਹੈ। ਕੋਈ ਚੀਜ਼ ਵੀ ਆਪਾਂ ਬਾਜ਼ਾਰ ਤੋਂ ਖਰੀਦੀਏ ਮਤਲਬ ਕਹਿੰਦੇ ਆ ਕਿ ਟੈਕਸ ਪੇਅਰ ਦਾ ਮਨੀ ਹੈ। ਕੌਣ ਹੈ ਟੈਕਸ ਪੇਅਰ? ਇਨਡਾਇਰੈਕਟ ਟੈਕਸ ਦੇਣ ਵਾਲੇ ਆ। 81% ਟੈਕਸ ਇਨਡਾਇਰੈਕਟ ਹੈ। ਇਨਡਾਇਰੈਕਟ ਦਾ ਮਤਲਬ ਅਸੀਂ ਸਾਰੇ ਦੇ ਰਹੇ ਹਾਂ ਟੈਕਸ, ਹਰ ਚੀਜ਼ ਤੇ ਟੈਕਸ ਹੈ, ਉਹ ਟੈਕਸ ਅਸੀਂ ਦੇ ਰਹੇ ਹਾਂ। ਤੇ ਅਸਲ ਸਾਡਾ ਟੈਕਸ ਆ ਜਿਹੜਾ ਸਾਨੂੰ ਮਿਲਣਾ, ਉਹ ਸਾਨੂੰ ਮਿਲਣ ਦੇ ਬਜਾਏ ਅਮੀਰਾਂ ਦਾ ਟੈਕਸ ਮਾਫ ਕੀਤਾ ਜਾ ਰਿਹਾ। ਸਾਡਾ ਪੈਸਾ ਅਮੀਰਾਂ ਵਾਲੇ ਪਾਸੇ ਭੇਜਿਆ ਜਾ ਰਿਹਾ ਔਰ ਸਾਡੇ ਉੱਤੇ ਭਾਰ ਲਗਾਤਾਰ ਵਧਾਇਆ ਜਾ ਰਿਹਾ। ਜਦੋਂ ਦੇਸ਼ ਆਜ਼ਾਦ ਹੋਇਆ ਮਤਲਬ ਡਾਇਰੈਕਟ ਟੈਕਸ ਜਿਹੜੇ ਉਹ 13% ਸੀ, ਅੱਜ ਇਨਡਾਇਰੈਕਟ ਟੈਕਸ 13% ਸੀ, ਉਹ 81% ਹੈ। ਜਿਹੜੇ ਡਾਇਰੈਕਟ ਟੈਕਸ ਹੈ ਉਹ ਘਟਦੇ ਜਾ ਰਹੇ ਹੈ। ਮਤਲਬ ਅਮੀਰਾਂ ਤੇ ਟੈਕਸ ਘਟ ਰਿਹਾ ਤੇ ਗਰੀਬਾਂ ਤੇ ਟੈਕਸ ਵਧ ਰਿਹਾ, ਉਲਟਾ ਹੈ। ਇਸ ਕਰਕੇ ਪਾਲਿਸੀ ਚੋਂ ਹੀ ਗਰੀਬੀ ਨਿਕਲਣੀ ਹੈ, ਪਾਲਿਸੀ ਨਾਲ ਹੀ ਅਮੀਰੀ ਨਿਕਲਣੀ ਹੈ। ਖਾਲੀ ਅਸੀਂ ਖੱਟਰ ਤੇ ਇਹ ਉਹਨਾਂ ਤੋਂ ਕਹਾਂਗੇ ਹੀ ਜਿਹੜਾ ਜੁਰਮ ਕਰ ਰਹੇ ਆ ਕਿਸਾਨਾਂ ਦੇ ਮਜ਼ਦੂਰਾਂ ਤੇ, ਉਹ ਤਾਂ ਲੜਾਂਗੇ ਹੀ ਲੜਾਂਗੇ। ਪਰ ਅਸੀਂ ਇਹ ਪਾਲਿਸੀ ਕਿੱਥੋਂ ਆਉਂਦੀ ਆ, ਉਸ ਪਾਲਿਸੀ ਦੇ ਵਿਰੁੱਧ ਲੜਾਂਗੇ। ਪਾਲਿਸੀ ਦੇ ਪਿੱਛੇ ਕਿਹੜੀ ਪੋਲਿਟਿਕਸ ਹੈ, ਕਿਸ ਜਮਾਤ ਦੀ ਪੋਲਿਟਿਕਸ ਹੈ, ਅਸੀਂ ਉਹਨੂੰ ਲਿੰਕ ਕਰਕੇ ਉਹਦੇ ਤਿੰਨਾਂ ਦੇ ਵਿਰੁੱਧ ਲੜਨਾ ਚਾਹੁੰਦੇ ਹਾਂ। ਇਹ ਹੈ ਸਾਡੀ CIT ਦੀ ਔਰ ਸਾਡਾ ਦਾਇਰਾ। ਅਸੀਂ ਜਦੋਂ 91 'ਚ ਨੀਤੀ ਆਈ ਗਲੋਬਲਾਈਜੇਸ਼ਨ ਦੀ, ਸਾਡੀ ਗੱਲ ਨਹੀਂ ਸੀ ਸੁਣਦੇ, ਬਹੁਤ ਸਾਰੇ ਲੋਕ ਮਜ਼ਾਕ ਵੀ ਕਰਦੇ ਸੀ। ਅੱਜ ਜਿਹੜੇ ਸਾਨੂੰ ਮਜ਼ਾਕ ਕਰਦੇ ਸੀ ਕਿਸਾਨ ਘੋਲ ਚ ਸਾਡੇ ਨਾਲ ਆ, ਉਹ 30 ਸਾਲ ਤੋਂ ਬਾਅਦ ਇਸ 30 ਸਾਲ ਦੇ ਲੱਗੇ ਹੋਏ ਆ। ਬਹੁਤ ਵਧੀਆ ਸਰ, ਠੀਕ ਹੈ, ਹੋਰ ਗੱਲਬਾਤ ਕਰਾਂਗੇ ਅੱਗੇ। ਸਰ, ਜਿਸ ਤਰੀਕੇ ਦੇ ਨਾਲ ਮਜ਼ਦੂਰ ਵਰਗ ਖਾਸ ਤੌਰ ਤੇ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ ਔਰ ਦਲਿਤ ਭਾਈਚਾਰੇ ਦਾ ਆਪਾਂ ਪੰਜਾਬ ਦੇ ਵਿੱਚ ਵੀ ਵੇਖ ਚੁੱਕੇ ਆ ਕਿ ਕਿਸ ਤਰ੍ਹਾਂ ਐਸੀ ਸਕਾਲਰਸ਼ਿਪ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਔਰ ਐਸੀ ਭਾਈਚਾਰਾ ਲਗਾਤਾਰ ਕਹਿੰਦੇ ਕਿ ਘੱਟ ਗਿਣਤੀ ਵਰਗ ਹਮੇਸ਼ਾ ਸਰਕਾਰਾਂ ਦੀਆਂ ਨੀਤੀਆਂ ਦਾ ਸ਼ਿਕਾਰ ਹੁੰਦੇ ਰਹੇ ਨੇ। ਘੱਟ ਗਿਣਤੀਆਂ ਨੂੰ ਉਸ ਤਰੀਕੇ ਦਾ ਵਿਵਹਾਰ ਨਹੀਂ ਮਿਲਦਾ ਹੈਗਾ ਆਮ ਦੇ ਮੁਕਾਬਲੇ। ਔਰ ਹੁਣ ਜੀ ਆਪਾਂ ਸਕਾਲਰਸ਼ਿਪ ਦੀ ਗੱਲ ਕਰੀਏ ਤੇ ਐਸੀ ਜਿਹੜਾ ਭਾਈਚਾਰਾ ਉਹਨਾਂ ਦੇ ਲਈ ਸਕਾਲਰਸ਼ਿਪ ਵੀ ਜਿਹੜੀ ਖਤਮ ਦੇ ਬਰਾਬਰ ਹੀ ਹੈ, ਕਿਉਂਕਿ ਕਿੰਨਾ ਟਾਈਮ ਹੋ ਗਿਆ ਮਿਲ ਨਹੀਂ ਰਹੀ ਸਕਾਲਰਸ਼ਿਪ ਔਰ ਐਸੀ ਵਿਦਿਆਰਥੀਆਂ ਨੂੰ ਧੱਕੇ ਖਾਣੇ ਪੈ ਰਹੇ ਨੇ। ਇਹਨਾਂ ਸਰਕਾਰਾਂ ਦਾ, ਜਿਸ ਤਰ੍ਹਾਂ ਸਾਥੀ ਨੇ ਪਹਿਲਾਂ ਦੱਸਿਆ ਕਿ ਇਹਨਾਂ ਸਰਕਾਰਾਂ ਦਾ ਅਮੀਰਾਂ ਨੂੰ ਫਾਇਦੇ ਦੇਣਾ ਔਰ ਗਰੀਬਾਂ ਨੂੰ ਜਿਹੜਾ ਹੈ ਉਹ ਰਗੜਾ ਲਾਉਣਾ, ਇਹ ਹੀ ਇਹਨਾਂ ਦੀ ਇੱਕ ਜਿਹੜੀ ਹੈ ਨੀਤੀ ਆ। ਜਿਹੜਾ ਪੈਸਾ ਚਾਹੇ ਸੈਂਟਰ ਤੋਂ ਆਉਂਦਾ ਹੈ, ਸ਼ਡਿਊਲ ਕਾਸਟ ਬੱਚਿਆਂ ਨੂੰ ਜਿਹੜਾ ਦਿੱਤਾ ਜਾਂਦਾ ਸੀ ਵਜ਼ੀਫਾ, ਉਹ ਜਿਹੜਾ ਆਉਂਦਾ ਉਹਨੂੰ ਇਨਡਾਇਰੈਕਟਲੀ ਹੋਰ ਪਾਸੇ ਖਰਚਾ ਕਰ ਲੈਂਦੇ ਔਰ ਜਿਹੜਾ ਪੈਸਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਲਾ ਘੜ ਕੇ ਆਪਣੀਆਂ ਨੀਤੀਆਂ ਉਹਦੇ 'ਚ ਇਹਨਾਂ ਨੂੰ ਨਹੀਂ ਦਿੱਤਾ ਜਾਂਦਾ। ਇਹਦੀ ਇੱਕ ਹੱਲ ਹੈ ਜਿਹੜਾ ਲੋਕ ਲੜ ਰਹੇ, ਜਿਹੜਾ ਇਹਨਾਂ ਨੂੰ ਵਜ਼ੀਫਾ ਮਿਲਣਾ ਚਾਹੀਦਾ ਹੈ, ਉਹਦੇ ਵਾਸਤੇ ਵੀ ਪਿੰਡਾਂ ਦੇ ਵਿੱਚ ਵੀ ਆਵਾਜ਼ ਉੱਠ ਰਹੀ ਹੈ ਔਰ ਇਹਨਾਂ ਦੇ ਆਪਣੇ ਵੀ ਜਿਹੜੇ ਜਵਾਬ ਨਹੀਂ ਦੇਣਾ ਬਣਦਾ ਤੇ ਇਹ ਆਪਣੀਆਂ ਜਿਹੜੀਆਂ ਪੈਨਸ਼ਨਾਂ ਵਧਾ ਕੇ ਜਿਹੜਾ ਪੈਸਾ ਹੈ ਸਰਕਾਰ ਦੇ ਕੋਲ ਘੱਟ ਪੈਸਾ ਆ ਰਿਹਾ ਹੈ ਤੇ ਉਹਦਾ ਬਹਾਨਾ ਬਣਾ ਕੇ ਜਿਹੜਾ ਗਰੀਬਾਂ ਨੂੰ ਜਿਹੜੀ ਕੋਈ ਸਹੂਲਤ ਮਿਲ ਰਹੀ ਹੈ ਉਹਨੂੰ ਬੰਦ ਕਰਨਾ ਚਾਹੁੰਦੀ ਹੈ। ਅੱਗੇ ਵਧਾਂਗੇ, ਗੱਲਬਾਤ ਕਰਾਂਗੇ। ਤੁਸੀਂ ਵੇਖ ਰਹੇ ਹੋ ਕਿ ਮਜ਼ਦੂਰ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰ ਰਹੇ ਨੇ। ਕਿਸਾਨੀ ਅੰਦੋਲਨ ਨੂੰ ਵੀ ਜਿਹੜਾ ਸਮਰਥਨ ਹੈ ਦਿੱਤਾ ਜਾ ਰਿਹਾ ਹੈ। ਮਜ਼ਦੂਰ ਜਥੇਬੰਦੀਆਂ ਦੀਆਂ ਕੀ ਮੁਸ਼ਕਿਲਾਂ ਨੇ, ਮਜ਼ਦੂਰ ਵਰਗ ਕਿਹਨਾਂ ਮੁਸ਼ਕਿਲਾਂ ਨੂੰ ਸਰ ਕਰਦਾ ਸਮਾਜ ਦੇ ਵਿੱਚ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਸਰ, ਇੱਕ ਰਿਜ਼ਰਵੇਸ਼ਨ ਨੂੰ ਲੈ ਕੇ ਬੜਾ ਰੌਲਾ ਰਹਿੰਦਾ ਕਿਉਂਕਿ ਕੁਝ ਜਨਰਲ ਕੈਟਾਗਰੀ ਉਹ ਵੀ ਸਵਾਲ ਚੱਕਦੇ ਨੇ ਕਿ ਜਿਹੜੇ SC ਵਰਗ ਹੈ ਜਾਂ BC ਵਰਗ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਔਰ ਰਿਜ਼ਰਵੇਸ਼ਨ ਦਾ ਰੌਲਾ ਹਮੇਸ਼ਾ ਰਿਹਾ। ਰਿਜ਼ਰਵੇਸ਼ਨ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਉਹ ਜਿਹੜੀ ਬੇਸਿਕ ਤੌਰ ਤੇ ਆਰਥਿਕ ਤੌਰ ਤੇ ਪਛੜੇ ਬੰਨੇ ਦਿੱਤੀ ਜਾਣੀ ਚਾਹੀਦੀ ਹੈ, ਲੇਕਿਨ ਜੋ ਸਾਡੀਆਂ ਸਰਕਾਰਾਂ ਨੇ ਉਹ ਸਾਨੂੰ ਵੰਡਣ ਦੇ ਲਈ ਉਹਨਾਂ ਨੇ ਸਾਨੂੰ ਵੱਖੋ-ਵੱਖ ਤੌਰ ਤੇ ਕਰਨ ਦੇ ਵਾਸਤੇ ਇਹ ਰਿਜ਼ਰਵੇਸ਼ਨ ਨੀਤੀ ਲਾਗੂ ਕੀਤੀ ਹੋਈ ਹੈ। ਜਦ ਕਿ ਬੰਦੇ ਨੂੰ ਆਰਥਿਕ ਤੌਰ ਤੇ ਜਿਹੜਾ ਬੰਦਾ ਚਾਹੇ ਉਹ ਕਿਸੇ ਵੀ ਕੈਟਾਗਰੀ 'ਚ ਆਉਂਦਾ ਉਹਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਲੇਕਿਨ ਸਰਕਾਰਾਂ ਨੀਤੀ ਤਾਂ ਇਹ ਹੈ, ਸੰਵਿਧਾਨ ਤਾਂ ਸਾਡਾ ਇਹ ਕਹਿੰਦਾ, ਲੇਕਿਨ ਜੋ ਲਾਗੂ ਕਰਨ ਵਾਲੇ ਆ ਉਹਨਾਂ ਦੀ ਨੀਤ ਬਹੁਤ ਬਦਨੀਤ ਹੈ। ਉਹ ਲੋਕਾਂ ਨੂੰ ਪਾੜ ਕੇ ਗਰੀਬ ਰੱਖ ਕੇ ਖੁਸ਼ ਹੈ ਤਾਂ ਕਿ ਲੋਕ ਆਪਸ ਵਿੱਚ ਲੜਦੇ ਰਹਿਣ ਵੀ ਮੇਰਾ ਹੱਕ ਬਣਦਾ ਹੈ, ਜਦ ਕਿ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ। ਸੰਵਿਧਾਨ ਦੇ ਮੁਤਾਬਕ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ, ਅਸੀਂ ਉਹਦੇ ਹੱਕ 'ਚ। ਸੰਵਿਧਾਨ ਦੇ ਵੀ ਕਈ ਵਾਰੀ ਸਵਾਲ ਚੱਕੇ ਜਾਂਦੇ ਨੇ ਕਿ ਸੰਵਿਧਾਨ ਦੇ ਵਿੱਚ ਵੀ ਜਿਹੜੇ ਦਲਿਤ ਵਰਗ ਨਾਲ ਸੰਬੰਧਿਤ ਨੇ ਉਹਨਾਂ ਨੂੰ ਜਿਹੜੀ ਜ਼ਿਆਦਾ ਛੂਟਾਂ ਦਿੱਤੀਆਂ ਗਈਆਂ ਨੇ। ਬਹੁਤ ਸਾਰੇ ਹੁੰਦੇ ਨੇ ਜੋ ਸੰਵਿਧਾਨ 'ਤੇ ਸਵਾਲ ਚੱਕਦੇ ਨੇ। ਨਹੀਂ, ਦੇਖੋ ਜੀ, ਜਿਹੜਾ ਫੰਡਾਮੈਂਟਲ ਰਾਈਟਸ ਹੈ ਇਨਸਾਨ ਦੇ ਤੌਰ ਤੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖਿਆ, ਉਹਦੇ ਵਿੱਚ ਉਹਨੇ ਕੋਈ ਕੈਟਾਗਰੀ ਜਾਤ ਵਾਈਜ਼ ਨਹੀਂ ਲਿਖਿਆ। ਉਹਨਾਂ ਨੇ ਸਾਰੇ ਵਰਗਾਂ ਨੂੰ ਬਰਾਬਰ ਰੱਖਿਆ ਤਾਂ ਕਿ ਸਭ ਨੂੰ ਅਧਿਕਾਰ ਦਿੱਤਾ, ਮੌਲਿਕ ਫੰਡਾਮੈਂਟਲ ਅਧਿਕਾਰ। ਜਦੋਂ ਸੰਵਿਧਾਨ ਲਾਗੂ ਹੁੰਦਾ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਫੰਡਾਮੈਂਟਲ ਰਾਈਟਸ ਜੋ ਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਉਹ ਲਾਗੂ ਕਰਨੀ ਜ਼ਰੂਰੀ ਹੈ। ਲੇਕਿਨ ਸਾਡੀਆਂ ਸਰਕਾਰਾਂ ਉਹੀ ਗੱਲ ਫੇਰ ਆ ਜਾਂਦੀ ਮੁੜ ਕੇ ਕਿ ਸਰਕਾਰ ਦੀ ਜੋ ਪਾਲਿਸੀ ਹੈ ਉਹ ਤਾਂ ਹੈਗੀ ਪ੍ਰਾਈਵੇਟੇਸ਼ਨ ਦੀ, ਸਰਮਾਏਦਾਰਾਂ ਦੇ ਹੱਕ ਵਿੱਚ ਚੱਲਣ ਦੀ, ਦਬਾ ਕੇ ਰੱਖਣ ਦੀ। ਇਸ ਕਰਕੇ ਬਦਨੀਤੀ ਕਰਕੇ ਸੰਵਿਧਾਨ ਨੂੰ ਵੀ, ਸੰਵਿਧਾਨ ਦਾ ਮੈਂ ਤਾਂ ਇੱਥੇ ਤੋਂ ਕਹਿਣਾ ਵੀ ਸੰਵਿਧਾਨ ਦਾ ਦੇਖੋ ਜੇ ਆਪਾਂ ਬਜ਼ੁਰਗ ਨੂੰ ਤੂੜੀ ਵਾਲੇ ਅੰਦਰ ਸੱਟ ਦਿੰਦੇ ਹਾਂ, ਸੰਵਿਧਾਨ ਦਾ ਇਹਨਾਂ ਨੇ ਉਹ ਹਾਲ ਕੀਤਾ, ਅਮੈਂਡਮੈਂਟਾਂ ਕਰਕੇ ਉਹਦੇ ਆਪਰੇਸ਼ਨ ਕਰਕੇ ਉਹਦਾ ਬਹੁਤ ਬੁਰਾ ਹਾਲ ਕੀਤਾ ਹੋਇਆ।
ਸੰਵਿਧਾਨ ਦੇ ਮੁਤਾਬਕ ਕੋਈ ਚੀਜ਼ ਨਹੀਂ ਚੱਲ ਰਹੀ। ਹੁਣ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਹਰ ਬੰਦੇ ਨੂੰ ਸ਼ਾਂਤਮਈ ਤਰੀਕੇ ਨਾਲ ਐਜੀਟੇਸ਼ਨ ਕਰਨ ਦਾ ਅਧਿਕਾਰ ਹੈ, ਲੇਕਿਨ ਜੋ ਹਰਿਆਣਾ ਸਰਕਾਰ ਨੇ ਕੀਤਾ ਕਿ ਉਹ ਸੰਵਿਧਾਨ ਦੇ ਮੁਤਾਬਕ ਕੀਤਾ। ਸੰਵਿਧਾਨ ਦੇ ਮੁਤਾਬਕ ਤੁਸੀਂ ਆਪ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੀ ਹਰਿਆਣਾ ਸਰਕਾਰ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਕਿ ਉਹ ਸੰਵਿਧਾਨ ਦੇ ਮੁਤਾਬਕ ਜਾਇਜ਼ ਹੈ? ਬਿਲਕੁਲ ਅਤਿਆਚਾਰ, ਇੱਕ ਰਾਜਾਸ਼ਾਹੀ ਸਿਸਟਮ, ਸੰਵਿਧਾਨ ਦੇ ਐਂਟੀ ਜਿਹਨੂੰ ਆਪਾਂ ਕਹਿੰਦੇ ਤਾਨਾਸ਼ਾਹੀ, ਉਹ ਸਿਸਟਮ ਸਾਡੇ ਦੇਸ਼ 'ਚ ਲਾਗੂ ਹੋਣ ਜਾ ਰਿਹਾ। ਇਸ ਕਰਕੇ ਅਸੀਂ ਲਗਾਤਾਰ ਕਿਸਾਨਾਂ ਨਾਲ 25 ਨਵੰਬਰ ਤੋਂ ਸਾਡੀ ਜਥੇਬੰਦੀ ਜਦੋਂ ਤੋਂ ਪਹਿਲਾ ਸੰਘਰਸ਼ ਸ਼ੁਰੂ ਕੀਤਾ ਸੀ ਉਦੋਂ ਤੋਂ ਜੁੜੇ ਹੋਏ ਹਾਂ, ਤੇ ਉਦੋਂ ਤੋਂ ਲਗਾਤਾਰ ਜਾਗਰੂਕ ਕਰਦੇ ਆ ਰਹੇ ਹਾਂ ਕਿ ਭਾਈ ਜੋ ਸਾਡਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ, 9 ਮਾਸ ਦਾ ਰਿਸ਼ਤਾ, ਜਿਵੇਂ ਆਪਾਂ ਪੁਰਾਣੇ ਸਦੀਆਂ ਤੋਂ ਇਕੱਠੇ ਹੁੰਦੇ ਸੀ, ਆਓ ਇਕੱਠੇ ਹੋ ਕੇ ਸੰਘਰਸ਼ ਲੜੀਏ, ਕਿਉਂਕਿ ਇਹ ਮਸਲਾ ਸਭ ਦਾ ਸਾਂਝਾ ਮਸਲਾ, ਪੇਟ ਦਾ ਮਸਲਾ, ਆਰਥਿਕ ਤੌਰ ਤੇ ਸਾਡਾ ਸਾਂਝਾ ਮਸਲਾ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਤੇ ਲੜਾਈ ਅਸੀਂ ਜਿੱਤਾਂਗੇ, ਇਹ ਸਾਨੂੰ ਪਤਾ ਹੈ, ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜ਼ੁਲਮ ਤਾਂ ਪਹਿਲਾਂ ਤੋਂ ਹੁੰਦੇ ਆਏ, ਬਹੁਤ ਦੇਰ ਤੋਂ ਚੱਲਦੇ ਆਏ। ਸਾਡੇ ਗੁਰੂ ਸਾਹਿਬਾਨ ਦਾ ਫਲਸਫਾ ਵੀ ਇਹੀ ਹੈ, ਉਹਨਾਂ ਨੇ ਵੀ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ। ਇਸ ਕਰਕੇ ਸਾਨੂੰ ਆਪਣੇ ਇਤਿਹਾਸ ਬਾਰੇ ਵੀ ਪਤਾ ਹੋਣਾ ਚਾਹੀਦਾ। ਜਦ ਕਿ ਸਾਨੂੰ ਪਤਾ ਇਤਿਹਾਸ ਦਾ, ਤਾਂ ਅਸੀਂ ਉਹਨਾਂ ਦੇ ਗੁਰੂਆਂ ਦੇ ਨਕਸ਼ਾ ਕਦਮ ਤੇ ਚੱਲਦੇ ਹੋਏ ਸਾਨੂੰ ਇਸ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ, ਜੋ ਕਿ ਇਨਸਾਨੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਤਾਂ ਕਿ ਆਪਾਂ ਇਹ ਸੰਘਰਸ਼ ਨੂੰ ਇਕੱਠੇ ਹੋ ਕੇ ਜਿੱਤੀਏ, ਇਹ ਲੋਕਾਂ ਦੇ ਵੀ ਸ਼ਾਂਤੀ ਲਿਆਈਏ। ਲੇਕਿਨ ਇਹ ਸਰਕਾਰਾਂ ਸ਼ਾਂਤੀ ਨਹੀਂ ਚਾਹੁੰਦੀਆਂ। ਡਿਵਾਈਡ ਐਂਡ ਰੂਲ, ਅੰਗਰੇਜ਼ਾਂ ਤੋਂ ਬਾਅਦ ਕਾਲੇ ਅੰਗਰੇਜ਼ ਉਹਨਾਂ ਦੇ ਚੇਲੇ ਨੇ, ਉਹ ਹੁਣ ਰਾਜ ਕਰਦੇ ਨੇ। ਇਹ ਸਰਮਾਏਦਾਰ ਜੋ ਸਰਕਾਰਾਂ ਨੇ, ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਵੋਟ ਪਾਉਂਦੇ ਰਹੇ, ਉਹਨਾਂ ਨੇ ਅਡਾਨੀ ਅਬਾਨੀ ਨੂੰ ਗੁਦਾਮ ਬਣਾ ਕੇ ਦਿੱਤੇ। ਉਹ ਉਹਨਾਂ ਦੀ ਅਗਵਾਈ ਕਰਦੇ ਨੇ, ਬੇਸ਼ੱਕ ਸਾਡੇ ਕੋਲ ਆ ਕੇ ਸੱਚੇ ਹੁੰਦੇ ਨੇ, ਅਸਤੀਫੇ ਦੇ ਕੇ ਆਉਂਦੇ ਨੇ, ਪਖੰਡਬਾਜ਼ੀ ਕਰਦੇ ਨੇ। ਅੱਜ ਵੀ ਇਸ ਸਾਡੇ ਸੰਘਰਸ਼ ਨੂੰ ਤੋੜਨ ਦੇ ਲਈ ਇਹ ਪਾਰਟੀਆਂ ਜੋ ਹੈ ਬਹੁਤ ਜ਼ੋਰ ਲਾ ਰਹੀਆਂ, ਲੇਕਿਨ ਲੋਕ ਮਜ਼ਦੂਰ ਆ, ਜੋ ਕਿਸਾਨ ਹੈ, ਹੁਣ ਸੰਘਰਸ਼ ਵਿੱਚ ਇਕੱਠਾ ਹੋ ਚੁੱਕਾ ਹੈ, ਇੱਕ ਮੁੱਠ ਹੋ ਚੁੱਕਾ ਹੈ, ਕਿਉਂਕਿ ਇੱਕ ਮੁੱਠੀ ਦੇ ਵਿੱਚ ਜਾਨ ਹੁੰਦੀ ਹੈ। ਜਦੋਂ ਅਸੀਂ ਇਕੱਠੇ ਹੋਵਾਂਗੇ ਤਾਂ ਸੰਘਰਸ਼ ਜਿੱਤਾਂਗੇ। ਇਹਨਾਂ ਲੋਕਾਂ ਦੀਆਂ ਜੋ ਬਦਨੀਤੀਆਂ ਸਨ, ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਇਹਨਾਂ ਦਾ ਪਿੰਡਾਂ ਵਿੱਚ ਹੀ ਵਿਰੋਧ ਹੋ ਰਿਹਾ। ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੌਰ ਤੇ ਜੋ ਦੇਖ ਰਹੇ ਹੋ, ਕਿਉਂਕਿ ਇਹਨਾਂ ਨੇ ਬੇਈਮਾਨੀ ਦੇ ਕਰੀ ਹੈ, ਆਪਣੇ ਘਰ ਭਰੇ ਆ, ਲੋਕਾਂ ਦਾ, ਗਰੀਬਾਂ ਦਾ ਕੁਝ ਨਹੀਂ ਕੀਤਾ। ਇਹ ਜੋ ਕਾਨੂੰਨ ਲਾਗੂ ਕੀਤੇ ਹੈ, ਬਣਾਏ ਆ, ਇਹਨਾਂ ਦੇ ਵਿੱਚ ਇਹਨਾਂ ਪਾਰਟੀਆਂ ਦਾ ਬਹੁਤ ਬੜਾ ਯੋਗਦਾਨ ਹੈ। ਬੇਸ਼ੱਕ ਅੱਜ ਸਾਡੇ ਕੋਲ ਇਹ ਲੋਕ ਮਗਰਮੱਛਾਂ ਦੇ ਹੰਝੂ ਕੇਰਦੇ ਹਨ ਕਿ ਸਾਨੂੰ ਪਤਾ ਨਹੀਂ, ਜਦ ਕਿ ਅਸੀਂ ਜਦੋਂ ਸਾਡੇ ਵਿੱਚ ਆਉਣਗੇ ਅਸੀਂ ਇਹਨਾਂ ਨੂੰ ਸਵਾਲ ਵੀ ਕਰਾਂਗੇ ਕਿ ਕਾਨੂੰਨ ਕਿਵੇਂ ਲਾਗੂ ਹੋਏ, ਸਾਨੂੰ ਇਹਦੇ ਬਾਰੇ ਦੱਸੋ, ਤੁਸੀਂ ਆਪਣੀ ਸਪਸ਼ਟੀਕਰਨ ਦਿਓ। ਲੋਕ ਹੁਣ ਸਵਾਲ ਪੁੱਛਦੇ ਨੇ, ਪੁੱਛਣੇ ਵੀ ਚਾਹੀਦੇ, ਤਾਂ ਕਿ ਹੁਣ ਲੋਕ ਜਾਗਰਤ ਹੋ ਚੁੱਕਿਆ। ਮਜ਼ਦੂਰ ਜੋ ਕਿਸਾਨ ਹੈ, ਇਹਦਾ ਏਕਾ ਬਹੁਤ ਹੋਣਾ ਜ਼ਰੂਰੀ ਹੈ। ਸੰਘਰਸ਼ ਏਕੇ ਨਾਲ ਹੀ ਜਿੱਤੇ ਜਾਂਦੇ ਨੇ। ਜੈ ਜਨਤਾ ਜੈ ਸੰਘਰਸ਼। ਅਸੀਂ ਤਾਂ ਇਹ ਉਮੀਦ ਲੈ ਕੇ ਚੱਲੇ ਹੋਏ ਹਾਂ, ਲੋਕਾਂ ਨੂੰ ਜਾਗਰਤ ਕਰਦੇ ਆ ਰਹੇ ਹਾਂ ਤੇ ਆਖਰੀ ਦਮ ਤੱਕ ਲੜਾਂਗੇ ਜਦ ਤੱਕ ਸਾਡੀ ਜਿੱਤ ਨਹੀਂ ਨਸੀਬ ਹੁੰਦੀ। ਇਹ ਸਾਡੀ ਉਹ ਹੈ। ਸੋ ਤੁਸੀਂ ਵੇਖਿਆ ਕਿ ਕਿਸਾਨੀ ਸੰਘਰਸ਼ ਨੇ ਜਿੱਥੇ ਪੂਰਾ ਰੰਗ ਬੰਨਿਆ ਹੋਇਆ, ਉੱਥੇ ਹੀ ਮਜ਼ਦੂਰ ਜਿਹੜੇ ਨੇ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ। ਵੱਖ-ਵੱਖ ਮੁੱਦਿਆਂ ਤੇ ਮਜ਼ਦੂਰ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣੇ ਜਿਹੜੇ ਨੇ ਮਜ਼ਦੂਰਾਂ ਦੇ ਖਿਲਾਫ ਨੀਤੀਆਂ ਅਪਣਾ ਰਹੇ ਨੇ, ਕਿਸ ਤਰੀਕੇ ਦੇ ਨਾਲ ਵਰਲਡ ਬੈਂਕ ਦੇ ਇਸ਼ਾਰਿਆਂ ਦੇ ਉੱਤੇ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਰਚੀਆਂ ਜਾ ਰਹੀਆਂ ਨੇ। ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।